स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी, दोनों ਨੂੰ जी आया। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦਿਨ ਹੋਵੇ ਐਤਵਾਰ ਦਾ ਤੇ ਭਾਸਕਰ ਸਾਹਿਬ ਨੇ ਦਿੱਤਾ ਹੋਵੇ ਮੁੱਛਾਂ ਨੂੰ ਤਾ। ਖਬਰਾਂ ਤਾਂ ਤਿੱਖੀਆਂ ਆਪ ਮੁਹਾਰੇ ਹੋਣਗੀਆਂ। ਕੱਲ ਜਦੋਂ ਦਿੱਲੀ ਦੇ ਵਿੱਚ ਸੁਪਰੀਮੋ ਦੇ ਘਰ ਦੀ ਮੁਰੰਮਤ ਦੇ ਮਾਮਲੇ ਦੇ ਵਿੱਚ ਐਲਜੀ ਨੇ ਚੀਫ ਸੈਕਟਰੀ ਤੋਂ ਮੰਗੀ ਨਾ ਰਿਪੋਰਟ, ਤੇ ਮੇਰਾ ਮੱਥਾ ਜਿਹਾ ਠਣਕਿਆ। ਕਦੇ ਚੀਫ ਸੈਕਟਰੀ ਨੇ ਐਲਜੀ ਨੂੰ ਰਿਪੋਰਟ ਭੇਜੀ ਸੀ ਐਕਸਾਈਜ਼ ਮਾਮਲੇ 'ਚ ਵੀ ਸਭ ਅੱਛਾ ਨਹੀਂ, ਅਜੇ ਤੱਕ ਮਨੀਸ਼ ਸਿਸੋਦੀਆ ਟੰਗੇ ਪਏ ਅੱਧ ਵਿਚਾਲੇ। ਰੱਬ ਖੈਰ ਹੀ ਕਰੇ। ਇੱਧਰ ਭਗਵੰਤ ਮਾਨ ਸਰਕਾਰ ਨੇ ਸਖਤ ਫੈਸਲੇ ਲਏ ਨੇ। ਸਖਤ ਲਏ ਨੇ ਕਿ ਕਹੇ ਨੇ, ਇਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ। ਪਰ ਸਾਰੇ ਜਿਹੜੇ ਜਾਂਚ ਅਧਿਕਾਰੀ ਉਹਨਾਂ ਨੂੰ ਕਿਹਾ ਕਿ ਇਨ ਟਾਈਮ ਆਪਣੀਆਂ ਆਪਣੀਆਂ ਚਾਰਜ ਸ਼ੀਟ ਰਿਪੋਰਟਾਂ ਦਾਖਲ ਕਰੋ ਔਰ ਨਾਲ ਦੀ ਨਾਲ ਰਿਪੋਰਟ ਕਰੋ। ਜਿੱਥੇ ਪ੍ਰਵਾਨਗੀਆਂ ਦੀ ਲੋੜ ਆ, ਜਿੱਥੇ ਕਿਸੇ ਵੀ ਤਰ੍ਹਾਂ ਦੇ ਕਰਪਸ਼ਨ ਦੇ ਮਾਮਲੇ ਆ, ਜਿੱਥੇ ਕਿਸੇ ਵੀ ਤਰ੍ਹਾਂ ਦੀਆਂ ਜਾਂਚਾਂ ਨੇ, ਉਹਨਾਂ ਨੂੰ ਇਨ ਟਾਈਮ ਜ਼ਰੂਰ ਦਿਓ। ਪਰ ਕੱਲ ਬਹਿਬਲ ਕਲਾਂ ਗੋਲੀकांड ਮਾਮਲੇ 'ਚ ਸੁਣਵਾਈ ਸੀ। ਤੁਹਾਨੂੰ ਯਾਦ ਹੀ ਹੋਣਾ ਕਿ SIT IG ਨਿਹਾਲ ਸਿੰਘ ਦੀ ਅਗਵਾਈ 'ਚ ਕੰਮ ਕਰ ਰਹੀ ਹੈ, ਜਿਹਨੇ ਹਾਈ ਕੋਰਟ 'ਚ ਕਿਹਾ ਸੀਗਾ ਕਿ ਸਾਡੀ ਪਹੁੰਚ ਕੋਟਕਪੂਰਾ ਗੋਲੀकांड ਦੇ ਮਾਮਲੇ ਵਾਲੀ SIT ਦੇ ਦਸਤਾਵੇਜ਼ਾਂ ਤੱਕ ਹੈ ਨਹੀਂ। ਹੁਣ ਤਾਂ ਚਾਰਜ ਸ਼ੀਟ ਦਾਖਲ ਕੀਤਿਆਂ ਵੀ ਵਾਹਵਾ ਸਮਾਂ ਹੋ ਗਿਆ, 2 ਮਹੀਨੇ ਦੇ ਲਗਭਗ ਹੋ ਚੱਲੇ ਆ। ਇਸ ਦੌਰ ਦੇ ਵਿੱਚ ਅਜੇ ਵੀ ਉਹ ਪਹੁੰਚ ਹੈ ਕਿ ਨਹੀਂ, ਇਹ ਅਲੱਗ ਇਸ਼ੂ ਹੈ। ਲੇਕਿਨ ਕੱਲ ਇਹ ਕਹਿ ਦਿੱਤਾ ਗਿਆ ਕਿ ਅਸੀਂ ਇਹਦੇ 'ਚ ਸਾਨੂੰ ਇੱਕ ਟਾਈਮ, ਇੱਕ ਡੇਟ ਦੇ ਦਿਓ, ਔਰ ਅਗਲੀ ਡੇਟ 20 ਤਰੀਕ ਦੀ ਪੈ ਗਈ ਆ। ਉਂਝ ਜਲੰਧਰ ਦੇ ਵਿੱਚ ਪੂਰਾ ਅਖਾੜਾ ਭਖਿਆ। ਜਿਹੜੀ ਗੱਲ ਅਕਾਲੀ ਦਲ ਨੇ ਕਰਨੀ ਸੀਗੀ ਨਾ, ਜਿਹੜਾ ਪੈਂਤੜਾ ਅਖਤਿਆਰ ਅਕਾਲੀ ਦਲ ਨੂੰ ਕਰਨਾ ਚਾਹੀਦਾ ਹੈ, ਲੀਕ ਖਿੱਚ ਕੇ ਕਿ ਸਾਡਾ ਕੋਈ ਗੱਠਜੋੜ ਨਹੀਂ, ਤਾਂ ਕਿ ਜਲੰਧਰ ਦੇ ਵਿੱਚ ਕਨਫਿਊਜ਼ਨ ਦੀ ਸਥਿਤੀ ਦੇ ਵਿੱਚ ਭਰਮ ਚੋਂ ਨਿਕਲਿਆ ਜਾ ਸਕੇ, ਉਹ ਕੰਮ ਬੀਜੇਪੀ ਨੇ ਕੀਤਾ। ਬੀਜੇਪੀ ਨੇ ਉਹ ਕੰਮ ਜਲੰਧਰ ਦੇ ਵਿੱਚ ਕੀਤਾ। ਉਹਨਾਂ ਦੇ ਪ੍ਰਦੇਸ਼ ਪ੍ਰਧਾਨ ਨੇ ਖਿੱਚੀ ਆ ਲੀਕ, ਉੱਤੇ ਵੀ ਚੱਲਦੇ ਆ। ਪਰ ਅਸੀਂ ਜ਼ਰੂਰ ਚੱਲਾਂਗੇ ਕਿ ਮਾੜੀ ਆਰਥਿਕ ਹਾਲਤ ਦੇ ਨਜ਼ਰੀਓਂ ਨੌਕਰੀ ਲੈਣ ਵਾਲੇ ਸੁਰਿੰਦਰਪਾਲ ਪਹਿਲਵਾਨ ਕਿੱਥੇ ਤੱਕ ਜਾ ਕੇ ਪਹੁੰਚੇ। ਇੱਕ ਅਖਬਾਰੀ ਰਿਪੋਰਟ ਤੇ ਕੁਝ ਹੋਰ ਦਸਤਾਵੇਜ਼ਾਂ ਦੇ ਨਾਲ ਮੱਥਾ ਮਾਰਦਿਆਂ ਕੁਝ ਤੱਥ ਸਾਹਮਣੇ ਆਏ ਆ, ਅੱਗੇ ਵਧਾਉਂਦੇ ਆ। ਉਂਝ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਕਾਫੀ ਲਗਾਤਾਰ ਲੱਗੇ ਰਹਿੰਦੇ ਆ ਕੰਮਕਾਜ ਨੂੰ, ਪਰ ਕੰਮਕਾਜ ਕੀ ਕਰੂਗਾ ਜੇਕਰ ਕੇਂਦਰ ਸਟੇਟ ਦਾ ਟਕਰਾਅ ਵੱਡਾ ਹੋ ਜੂ ਚਿਹਰਿਆਂ ਤੇ, ਨਾਵਾਂ ਤੇ, ਥਾਵਾਂ ਤੇ। ਹੁਣ ਪਤਾ ਲੱਗਿਆ ਕਿ ਤਨਖਾਹਾਂ ਰੁਕੀਆਂ ਫਿਰਦੀਆਂ ਕਈ ਜਗ੍ਹਾ ਦੇ ਉੱਤੇ NRHM ਦੀਆਂ, ਜਿਹੜੇ ਇਹ ਮਾਮਲੇ ਆਮ ਆਦਮੀ ਕਲੀਨਿਕ ਵਾਲੇ ਆ। ਖਬਰਾਂ ਹੋਰ ਵੀ ਨੇ, ਪਰ ਆਪਾਂ ਸ਼ੁਰੂ ਕਰ ਲਈਏ ਜਲਦੀ ਜਲਦੀ। ਮੈਂ ਸਭ ਤੋਂ ਪਹਿਲਾਂ ਜਾਊਂਗਾ ਭਾਸਕਰ ਸਾਹਿਬ, LG ਨੇ ਫਰਮਾਨ ਜਾਰੀ ਕਰਤਾ ਕਿ ਮੁੱਖ ਮੰਤਰੀ ਸਾਹਿਬ ਦੇ ਘਰ ਉੱਤੇ ਜੋ ਕੁਝ ਵੀ ਹੋਇਆ ਖਰਚਾ, ਇਹਦਾ ਬਿਊਰਾ ਪੇਸ਼ ਕਰੋ ਜ਼ਰਾ, ਇਹਤੇ ਮੰਥਨ ਕਰੀਏ। ਹੁਣ ਇਹ ਮੰਥਨ ਕਿਹੜੇ ਦਾ ਬੈਠੂਗਾ, ਇਹਦੇ ਅਰਥ ਕੀ ਲਈਏ? ਕੇਜਰੀਵਾਲ ਉਹਨਾਂ ਦੇ ਘਰ ਦੇ ਉੱਤੇ ਕਥਿਤ ਤੌਰ ਤੇ 44.78 ਕਰੋੜ ਰੁਪਏ ਜਿਹੜੇ ਖਰਚ ਹੋਏ, ਉਹਦੀ ਚਰਚਾ ਮੀਡੀਆ ਦੇ ਵਿੱਚ ਬਹੁਤ ਹੋਈ। ਲੱਗਦਾ ਸੀਗਾ ਕਿ ਇਹਦੇ ਵਿੱਚ ਲੈਫਟੀਨੈਂਟ ਗਵਰਨਰ ਸਾਹਿਬ ਕੀ ਕਰ ਰਹੇ ਨੇ, ਕਿਉਂਕਿ ਜਦ ਇਹ ਚਰਚਾ ਹੋਈ ਤਦ ਲੈਫਟੀਨੈਂਟ ਗਵਰਨਰ ਸਾਹਿਬ ਦੇ ਘਰ ਵੀ 15 ਕਰੋੜ ਰੁਪਏ ਖਰਚੇ ਗਏ ਸੀ। ਇਹ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਸੀਗੇ। ਚੜ ਗਿਆ ਗੁੱਸਾ LG ਸਾਹਿਬ ਨੂੰ। ਲਿਖਤੀ ਚਿੱਠੀ ਬਈ ਨਰੇਸ਼ ਕੁਮਾਰ ਚੀਫ ਸੈਕਟਰੀ, ਜਿਨ੍ਹਾਂ ਦੀ ਰਿਪੋਰਟ ਦੇ ਉੱਤੇ ਤੁਹਾਨੂੰ ਯਾਦ ਹੋਏਗਾ ਜਿਹੜਾ ਐਕਸਾਈਜ਼ ਪਾਲਿਸੀ ਦੀ ਰਿਕਮੈਂਡੇਸ਼ਨ ਕੀਤੀ ਸੀ CBI ਨੂੰ ਕਿ ਵੀ ਕਰ ਲਓ ਇਨਕੁਆਇਰੀ, ਤੇ ਅੱਜ ਮਨੀਸ਼ ਸਿਸੋਦੀਆ ਉਹਨਾਂ ਅੰਦਰ ਨੇ। ਤੇ ਉਹੀ ਨਰੇਸ਼ ਕੁਮਾਰ ਚੀਫ ਸੈਕਟਰੀ ਚਿੱਠੀ LG ਸਾਹਿਬ ਦੀ ਲਿਖ ਲਿਆ ਵੀ ਹਿਸਾਬ ਕਿਤਾਬ ਦਿਓ ਔਰ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਦਿਓ ਕਿ ਵੀ ਇਹ ਬਾਰਬੀਕਿਊ ਤੇ ਕਿੰਨਾ ਖਰਚ ਹੋਇਆ, ਪਰਦਿਆਂ ਤੇ ਕਿੰਨਾ ਖਰਚ ਹੋਇਆ। ਜਿਹੜੀ ਰਿਪੋਰਟ ਮੀਡੀਆ ਦੇ ਵਿੱਚ ਤੁਰਦੀ ਹੈ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ। ਹੁਣ ਥੋੜੀ ਜਿਹੀ ਗੱਲ ਆਮ ਆਦਮੀ ਪਾਰਟੀ ਵਾਲੇ ਨੇ ਵੀ ਕੀਤੀ ਹੈ। ਉਹ ਕਹਿੰਦੇ ਨਹੀਂ 44-45 ਕਰੋੜ ਨਹੀਂ, ਆ 30 ਕਰੋੜ ਰੁਪਇਆ ਹੀ ਸਿਰਫ ਖਰਚ ਹੋਇਆ। 30 ਕਰੋੜ ਵੀ ਬਹੁਤ ਜ਼ਿਆਦਾ ਹੁੰਦਾ, ਪਰ ਚਲੋ ਇਹ ਗੱਲ ਹੁਣ ਫਾਈਲਾਂ ਦੇ ਵਿੱਚ ਤੁਰਨੀ ਸ਼ੁਰੂ ਹੋ ਗਈ ਹੈ। ਔਰ ਜਦ ਇਹ 15 ਦਿਨਾਂ ਦੇ ਵਿੱਚ LG ਸਾਹਿਬ ਕੋਲ ਫਾਈਲ ਆਏਗੀ ਤੇ ਹੁਣ ਉਹ ਕਿਸ ਪਾਸੇ ਭੇਜਦੇ ਨੇ, ED ਵਾਲੇ ਪਾਸੇ, CBI ਵਾਲੇ ਪਾਸੇ ਜਾਂ ਕਿਸੇ ਹੋਰ ਜਗ੍ਹਾ। ਪਰ ਇਹ ਮੁਸੀਬਤਾਂ ਤੇ ਹੁਣ ਕੇਜਰੀਵਾਲ ਸਾਹਿਬ ਦੇ ਵਾਸਤੇ ਬਦਲਣੀ ਸ਼ੁਰੂ ਹੋ ਗਈ ਹੈ। ਔਰ ਜਿੱਥੇ ਤੱਕ ਜਲੰਧਰ ਜੀਵਣੀ ਚੋਣਾਂ ਹੈ, ਇਹਦੇ ਵਿੱਚ ਵੀ ਇਹ ਮੁੱਦਾ ਬੜਾ ਜ਼ਬਰਦਸਤ ਆਇਆ ਹੋਇਆ ਹੈ। ਬਾਜਵਾ ਸਾਹਿਬ ਜਦ ਕਹਿੰਦੇ ਆ ਨਾ ਕੇਜਰੀਵਾਲ ਉਹਨਾਂ ਨੂੰ ਸ਼ਹਿਨशाह ਕੇਜਰੀਵਾਲ, ਔਰ ਜਿਹੜੇ ਆਪਣੇ ਭਗਵੰਤ ਮਾਨ ਹੈਗੇ ਨੇ ਉਹਨਾਂ ਨੂੰ ਕਹਿੰਦੇ ਨੇ ਮਹਾਰਾਜਾ ਸਤੋਜ।
ਤੇ ਇਹ ਇਲੈਕਸ਼ਨ ਦੇ ਵਿੱਚ ਮਾਹੌਲ ਦੇ ਵਿੱਚ ਹਾਸਾ ਵੀ ਲੈ ਕੇ ਆਉਂਦੀ ਹੈ ਤੇ ਇੱਕ ਸੀਰੀਅਸਨੈਸ ਵੀ ਲੈ ਕੇ ਆਉਂਦੀ ਹੈ, ਕਿਉਂਕਿ ਜਦ ਇਹ ਚਿੱਠੀ ਭਾਵੇਂ ਕੇਜਰੀਵਾਲ ਨੂੰ ਜਾਂ ਕੇਜਰੀਵਾਲ ਉਹਨਾਂ ਦੇ ਘਰ ਦੇ ਮੁੱਦੇ ਦੇ ਉੱਤੇ ਐਲਜੀ ਸਾਹਿਬ ਨੇ ਭੇਜੀ ਹੋਏ, ਇੱਥੇ ਵੀ ਜਦ ਗੱਲ ਤੁਰਦੀ ਹੈ ਨਾ ਕਿ ਚੀਫ ਮਿਨਿਸਟਰ ਦੇ ਨਾਂ ਤੇ ਕੋਠੀਆਂ, ਚੀਫ ਮਿਨਿਸਟਰ ਦੇ ਕਾਫਲੇ ਦੇ ਵਿੱਚ ਕਈ ਗੱਡੀਆਂ, ਔਰ ਕੇਜਰੀਵਾਲ ਉਹਨਾਂ ਨੂੰ ਸਿਕਿਉਰਿਟੀ ਵਾਲੇ ਪੰਜਾਬ ਪੁਲਿਸ ਤੋਂ ਦੇਣੇ, ਇਹ ਸਾਰੀ ਗੱਲਾਂ ਦੇ ਉੱਤੇ ਵੀ ਕੋਈ ਨਾ ਕੋਈ ਐਕਟੀਵਿਟੀ, ਪੋਲੀਟੀਕਲ ਐਕਟੀਵਿਟੀ, ਕੋਈ ਚਿੱਠੀ ਚੱਠੀ। ਇੱਥੇ ਵੀ ਗਵਰਨਰ ਸਾਹਿਬ ਜਿਹੜੇ ਪੁਰੋਹਿਤ ਸਾਹਿਬ ਕਾਫੀ ਟਾਈਮ ਤੋਂ ਚੁੱਪ ਨੇ, ਔਰ ਉਹ ਵੀ ਕੋਈ ਏਦਾਂ ਦੀ ਚਿੱਠੀ ਚੁੱਠੀ ਜੀ ਨਾ ਕੱਢ ਦੇਣ। ਪਰ ਚਲੋ ਇਹ ਹੁਣ ਦਿੱਲੀ ਦੇ ਵਿੱਚ ਤਾਂ ਸ਼ੁਰੂਆਤ ਹੋ ਗਈ ਹੈ, 15 ਦਿਨਾਂ ਦੇ ਵਿੱਚ ਰਿਪੋਰਟ ਆਏਗੀ, ਰਿਪੋਰਟ ਤੋਂ ਬਾਅਦ ਫਿਰ ਕੋਈ ਗਰਮੀ ਆਏਗੀ, ਕਿਉਂਕਿ 15 ਦਿਨਾਂ ਦੇ ਵਿੱਚ ਤੇ ਜਲੰਧਰ ਦੇ ਇਲੈਕਸ਼ਨ ਤੇ ਘੱਟ ਤੋਂ ਘੱਟ ਮੁੱਕ ਜਾਣੇ ਆ। ਪਰ ਇਹ 2024 ਤੋਂ ਪਹਿਲੇ ਏਦਾਂ ਦੀ ਕਈ ਚਿੱਠੀਆਂ ਹੋਰ ਦੇਖਣ ਨੂੰ ਮਿਲ ਸਕਦੀ ਹੈ। ਪਰ ਰਿਪੋਰਟ ਉਸ ਪਰਦਿਆਂ ਦੀ, ਉਸ ਵੀਅਤਨਾਮ ਦੇ ਮਾਰਬਲ ਦੀ ਕਿਸ ਤਰੀਕੇ ਨਾਲ ਅੱਗੇ ਤੁਰਦੀ ਹੈ, ਇਹ ਜ਼ਰੂਰ ਰਾਜਨੀਤੀ ਦੇ ਵਿੱਚ ਦੇਖਣ ਨੂੰ ਮਿਲੇਗਾ। ਜਦੋਂ ਤੁਹਾਡੀ ਇਮਾਨਦਾਰੀ ਪਹਿਲਾਂ ਸਟੇਕ ਤੇ ਲੱਗੀ ਹੋਵੇ, ਤੁਸੀਂ ਕੱਟੜ ਇਮਾਨਦਾਰ ਸੀ, ਤੇ ਐਕਸਾਈਜ਼ ਮਾਮਲੇ ਨੇ, ਉਸ ਤੋਂ ਪਹਿਲਾਂ ਸਤਿੰਦਰ ਜੈਨ ਦੇ ਕੁਝ ਮਾਮਲਿਆਂ ਨੇ ਇਹਨੂੰ ਥੋੜਾ ਜਿਹਾ ਦਾਗਦਾਰ ਕੀਤਾ, ਇਹਦੇ ਤੇ ਹਰਫ ਆ ਗਏ। ਇਹੀ ਤਾਂ ਸ਼ਾਇਦ ਸਭ ਤੋਂ ਵੱਡਾ ਇਮਤਿਹਾਨ ਸੀਗਾ ਕਿ ਤੁਸੀਂ ਇਮਾਨਦਾਰੀ ਕਿਵੇਂ ਬਚਾ ਕੇ ਅੱਗੇ ਲਿਆਉਣੀ। ਹੁਣ ਜਦੋਂ ਤੁਸੀਂ ਆਮ ਆਦਮੀ ਦੇ ਕਨਸੈਪਟ ਤੋਂ ਥਿੜਕੇ, ਤਾਂ ਫਿਰ ਤੁਹਾਡੇ ਲਈ ਕਿਤੇ ਪੈਰ ਲੱਗਣੇ ਔਖੇ ਵੀ ਹੋ ਜਾਂਦੇ ਆ, ਜੇ ਲੋਕ ਇੰਨੇ ਸੂਝਵਾਨ ਹੋਣ। ਅਮੂਮਨ ਇਸ ਤਰ੍ਹਾਂ ਹੁੰਦਾ ਨਹੀਂ। ਰਾਜਨੀਤੀ 'ਚ ਆਉਣ ਲੱਗਿਆਂ ਜਿਹੜੇ ਸਲੋਗਨ, ਜਿਹੜੇ ਦਾਅਵੇ ਹੁੰਦੇ ਆ, ਜਦੋਂ ਵਿਹਾਰਕ ਜੀਵਨ ਦੇ ਵਿੱਚ ਗੱਲ ਅੱਗੇ ਤੁਰਦੀ ਆ, ਉਹ ਖੜਦੇ ਆ ਕਿ ਨਹੀਂ ਖੜਦੇ। ਆਮ ਤੌਰ ਤੇ ਸਿਆਸਤਦਾਨ ਆਪਣੀ ਕੀਤੀ ਹੋਈ ਗੱਲ ਤੇ ਕਦੇ ਖੜੇ ਨਜ਼ਰ ਨਹੀਂ ਆਉਂਦੇ। ਹੁਣ ਇਹ ਦੋ ਵੱਡੇ ਮਾਪਦੰਡ ਸੀ ਕਿ ਤੁਸੀਂ ਕੱਟੜ ਇਮਾਨਦਾਰ ਹੋ ਔਰ ਤੁਸੀਂ ਆਮ ਆਦਮੀ ਹੋ। ਇਹ ਮਲੰਮੇ ਜੇ 44 ਕਰੋੜ ਦੀ ਬਜਾਏ 30 ਕਰੋੜ ਵੀ ਲੱਗਿਆ ਹੋਵੇ ਤਾਂ ਵੀ ਲੈ ਜਾਂਦਾ। ਬਾਕੀ ਪੋਲੀਟੀਸ਼ੀਅਨ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਨੇ, ਜਿਨ੍ਹਾਂ ਦੇ ਵਿੱਚ ਬਾਕੀ ਪਾਰਟੀਆਂ ਦੇ ਸੱਤਾਧਾਰੀ ਮੁੱਖ ਮੰਤਰੀ ਨੇ, ਜਾਂ ਫਿਰ ਗਵਰਨਰ ਨੇ, ਜਾਂ ਕੁਝ ਵੀ ਹੈ, ਉਹ ਸਾਰੇ ਦੇ ਸਾਰੇ ਇਸੇ ਕਰਕੇ ਕਟਹਿਰੇ 'ਚ ਮੁਕਾਬਲਤਨ, ਕਿਉਂਕਿ ਉਹ ਸਾਰੇ ਇਸ ਵੀਆਈਪੀ ਕਲਚਰ ਨੂੰ ਅਪਣਾਏ ਹੋਏ ਸੀ। ਤੇ ਇੱਥੋਂ ਹੀ ਤੁਹਾਡੀ ਇਹ ਗੱਲ ਅੱਗੇ ਤੁਰਦੀ ਸੀ ਕਿ ਤੁਸੀਂ ਵੀਆਈਪੀ ਕਲਚਰ ਤੋਂ ਪਾਸੇ ਹੋ। ਸੋ ਇੰਦਰਪ੍ਰੀਤ ਜੀ, ਇਹ ਸਾਰੇ ਮਾਮਲੇ ਜਦੋਂ ਅਸੀਂ ਸਮਾਨਾਂਤਰ ਅੱਗੇ ਵਧਾਉਂਦੇ ਆ, ਤਾਂ ਫਿਰ ਇਮੇਜ ਅਕਸ ਦਾ ਤੇ ਹੁੰਦਾ। ਇਹ ਗੱਲ ਨੂੰ ਤੋਰੋ। ਉਂਝ ਪੰਜਾਬ ਦੇ ਵਿੱਚ ਇਸ ਨਜ਼ਰੀਏ ਤੋਂ ਸਰਕਾਰ ਜਿੱਥੇ ਜਾਂਚਾਂ 'ਚ ਲੱਗੀ ਆ, ਸਰਕਾਰ ਜਿੱਥੇ ਜਿੱਥੇ ਵੀ ਕਰਪਸ਼ਨ ਦੇ ਮਾਮਲੇ ਆ ਰਹੇ ਆ, ਸਰਕਾਰ ਜਿੱਥੇ ਜਿੱਥੇ ਵੀ ਕੋਈ ਘਪਲੇ ਹੋਏ ਨੇ, ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਆ, ਬੜੇ ਧੜੱਲੇ ਨਾਲ ਉਹਨਾਂ ਦੇ ਖਿਲਾਫ ਲੜ ਰਹੀ ਆ। ਸੋ ਜੇਕਰ ਇਹ ਸਟੈਂਡ ਦੋਵੇਂ ਜਗ੍ਹਾ ਤੇ, ਦਿੱਲੀ ਔਰ ਪੰਜਾਬ 'ਚ ਅਲੱਗ-ਅਲੱਗ ਲਏ ਜਾਣਗੇ, ਤਾਂ ਫਿਰ ਇਹ ਵੀ ਮੰਨਿਆ ਜਾਊਗਾ ਕਿ ਤੁਸੀਂ ਦੋਹਰੇ ਪੈਮਾਨਿਆਂ ਨਾਲ ਚੱਲਦੇ ਹੋ। ਰੰਧਾਵਾ ਸਾਹਿਬ, ਵਿੱਚ ਤਾਂ ਮੇਰੀ ਤਾਂ ਛੋਟੀ ਜਿਹੀ ਟਿੱਪਣੀ ਸੀ ਪਹਿਲੇ ਵਾਲੀ ਖਬਰ 'ਚ, ਤਾਂ ਇੰਨੀ ਕਿ ਜਦੋਂ ਵੀ ਇਸ ਕਿਸਮ ਦਾ ਇਸ਼ੂ ਆਉਂਦਾ ਨਾ, ਜਿਵੇਂ ਹੁਣ ਆਇਆ ਕਿ 44 ਕਰੋੜ ਲੱਗਿਆ ਜਾਂ 30 ਕਰੋੜ ਲੱਗਿਆ, ਦੇਖੋ ਇਹ ਤਾਂ ਜਸਟ ਇੱਕ ਅਮਾਊਂਟ ਹੈ। 30 ਕਰੋੜ ਜਾਂ 44 ਕਰੋੜ, ਇਹ ਤਾਂ ਜਾਂਚ ਦਾ ਵਿਸ਼ਾ ਹੈ। ਕਿੰਨੀ ਆਵੇਗੀ ਸਭ ਦੇ ਸਾਹਮਣੇ ਆਈ ਜਾਣਾ ਜਦੋਂ ਚੀਫ ਸੈਕਟਰੀ ਸਾਹਿਬ ਰਿਪੋਰਟ ਦੇਣਗੇ ਆਪਣੀ ਉੱਥੇ। ਸਵਾਲ ਇਹ ਹੈਗਾ ਕਿ ਜਦੋਂ 44 ਕਰੋੜ ਲੱਗਿਆ ਜਾਂ 30 ਕਰੋੜ ਲੱਗਿਆ, ਕੀ ਉਹ ਜਸਟੀਫਾਈ ਹੈ ਕਿ ਨਹੀਂ ਹੈ? ਉਹਦੀ ਜਸਟੀਫਿਕੇਸ਼ਨ ਦੇਣ ਦੀ ਬਜਾਏ ਜਦੋਂ ਆਮ ਆਦਮੀ ਪਾਰਟੀ ਦੇ ਨੇਤਾ, ਚਾਹੇ ਉਹ ਸੰਜੇ ਸਿੰਘ ਹੋਣ ਜਾਂ ਹੋਰ ਕੋਈ ਹੋਣ, ਉਹ ਇਹ ਕਹਿੰਦੇ ਕਿ ਜਦੋਂ ਐਲਜੀ ਦੇ 15 ਕਰੋੜ ਰੁਪਏ ਲੱਗੇ ਹੋਏ ਆ, ਜਾਂ ਮੋਦੀ ਸਾਹਿਬ ਨੇ 8400 ਕਰੋੜ ਰੁਪਏ ਦਾ ਜਹਾਜ਼ ਖਰੀਦ ਲਿਆ, ਉਦੋਂ ਤੁਸੀਂ ਕੁਝ ਨਹੀਂ ਬੋਲੇ, ਜਾਂ ਇਸ ਤਰ੍ਹਾਂ ਦੇ ਹੋਰ, ਮਤਲਬ ਡਾਈਵਰਟ ਉਹਨਾਂ ਸਾਈਡ ਤੇ ਜਦੋਂ ਕਰ ਦਿੰਦੇ ਆ ਆਪਾਂ, ਤਾਂ ਉਦੋਂ ਇਹ ਲੱਗਦਾ ਵੀ ਯਾਰ ਵੀ ਤੁਸੀਂ ਆਪਣੀ ਗੱਲ ਨਹੀਂ ਕਰ ਰਹੇ, ਉਹਨਾਂ ਦੀ ਗੱਲ। ਉਹਨਾਂ ਨੇ, ਮੈਂ ਤਾਂ ਕਦੀ ਅੱਜ ਤੱਕ ਸੁਣਿਆ ਨਹੀਂ ਕਿ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਵਾਂਗੂ ਇੱਕ ਆਮ ਆਦਮੀ ਦੀ ਤਰ੍ਹਾਂ ਵਿਚਰਨ ਦਾ ਜਾਂ ਆਮ ਆਦਮੀ ਦੀ ਤਰ੍ਹਾਂ ਸਰਕਾਰ ਚਲਾਉਣ ਦਾ ਕੋਈ ਦਾਅਵਾ ਕੀਤਾ ਹੋਵੇ। ਉਹ ਤਾਂ ਮੰਨੇ ਹੀ ਹੋਏ ਨੇ ਇਸ ਤਰ੍ਹਾਂ ਦੇ ਐਸ਼ੋਪ੍ਰਸਤ ਜ਼ਿੰਦਗੀ ਜੀਣ ਵਾਸਤੇ, ਜੋ ਕੰਮ ਕਰਦੇ ਸਾਰੇ ਉਹੀ ਕਰਦੇ ਆ। ਪਰ ਜੇ ਤੁਸੀਂ ਵੀ ਉਸ ਤਰ੍ਹਾਂ ਹੀ ਉਸੇ ਲਾਈਨ ਤੇ ਚੱਲ ਰਹੇ ਹੋ, ਫਿਰ ਕੀ ਡਿਫਰੈਂਸ ਹੈ ਤੁਹਾਡਾ? ਫਿਰ ਜੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਹੈ ਸਿਰਫ ਇਸ ਕਰਕੇ ਕਿ ਤੁਸੀਂ ਆਮ ਸਧਾਰਨ ਲੋਕਾਂ ਦੀ ਗੱਲ ਕਰੋਗੇ ਤੇ ਉਹਨਾਂ ਵਾਂਗੂ ਹੀ ਰਹੋਗੇ, ਤਾਂ ਜੇ ਨਹੀਂ ਲੱਗ ਰਹੇ ਤਾਂ ਮੈਨੂੰ ਲੱਗਦਾ ਕਿ ਲੋਕਾਂ ਨਾਲ ਵੀ ਇੱਕ ਤਰ੍ਹਾਂ ਦਾ ਇਹ ਧਰੋਹ ਹੈ ਕਿ ਉਹਨਾਂ ਨੇ ਜਿਹੜੀ ਮਤਲਬ ਤੁਹਾਡੇ ਤੇ ਵਿਸ਼ਵਾਸ ਕੀਤਾ ਉਹ ਠੀਕ ਨਹੀਂ ਕੀਤਾ, ਤੁਸੀਂ ਉਹਨਾਂ ਦੇ ਪੈਮਾਨੇ ਤੇ ਖਰੇ ਨਹੀਂ ਉਤਰੇ। ਦੂਜੀ ਖਬਰ ਪੋਲੀਟੀਕਲੀ ਮਿਹਨਤੀ ਇਸੇ ਕਰਕੇ ਇੰਨੀ ਜ਼ਿਆਦਾ ਕਰਦੇ ਆ। 24/7 ਦੀ ਇਹ ਥੈਂਕਲੈਸ ਜੌਬ ਆ ਪੋਲੀਟੀਕਲ ਲੋਕਾਂ ਦੀ, ਜਿੱਥੇ ਕੋਈ ਵੀ ਖੁਸ਼ ਹੀ ਨਹੀਂ ਹੁੰਦਾ ਕਦੇ ਵੀ। ਆਮ ਬੰਦਾ ਕਿੱਥੇ ਖੁਸ਼ ਹੁੰਦਾ ਕਿਸੇ ਪੋਲੀਟੀਸ਼ੀਅਨ ਤੋਂ? ਔਰ ਜਿੰਨੀ ਇਹਦੇ ਵਿੱਚ ਢੀਠਤਾਈ ਨਾਲ ਕੰਮ ਕਰਨਾ ਪੈਂਦਾ।
ਸੋ ਉਹ ਤਾਂ ਸਮਝਦੇ ਆ ਕਿ ਯਾਰ ਇੰਨੀ ਲੜਾਈ ਲੜਨ ਤੋਂ ਬਾਅਦ ਇੰਨੀਆਂ ਕੁ ਸਹੂਲਤਾਂ ਤੇ ਆਮ ਬੰਦੇ ਨਾਲੋਂ ਵੱਖਰਾ ਕਰਦੀਆਂ ਹੀ ਨੇ ਨਾ, ਇਹ ਤਾਂ ਬਣਦੀਆਂ ਹੀ ਨੇ। ਹੁਣ ਇਹਨੂੰ ਵਿਅੰਗ ਚ ਲੈ ਲਓ ਜਾਂ ਇਹ ਸਾਡੇ ਸਮਾਜ ਦੀ ਤਰਾਸਦੀ ਆ, ਸਾਡੇ ਦੇਸ਼ ਦੀ, ਕਿ ਇੱਥੇ ਲੀਡਰ ਸ਼ਹਿਨਸ਼ਾਹ ਵਰਗੇ ਆ। ਜਾਂ ਤਾਂ ਕੇਜਰੀਵਾਲ ਸਾਹਿਬ ਕਿਸੇ ਵਿਚਾਰਧਾਰਾ ਤੇ ਆਉਂਦੇ ਫਿਰ ਗੱਲ ਵੱਖਰੀ ਸੀ। ਉਹਨਾਂ ਦੀ ਪਾਰਟੀ ਨਰੋਲ ਖੜੀ ਹੈ ਇਮਾਨਦਾਰੀ ਦੇ ਉੱਤੇ ਔਰ VIP ਕਲਚਰ ਦੇ ਖਿਲਾਫ ਇੱਕ ਆਮ ਬੰਦੇ ਵਰਗੀ ਸਰਕਾਰ। ਤੇ ਇਹਨਾਂ ਦੋਵਾਂ ਮਾਮਲਿਆਂ 'ਚ ਅਗਲਿਆਂ ਨੇ ਘੇਰ ਲਏ ਨੇ। ਹੁਣ ਗੱਲ ਇਹ ਨਹੀਂ ਕਿ ਘੇਰਨ ਵਾਲੇ ਕਿੰਨੇ ਸੱਚੇ ਸੁੱਚੇ ਆ ਤੇ ਕਿੰਨੇ ਆਦਰਸ਼ਵਾਦੀ ਨੇ, ਉਹ ਤਾਂ ਤੁਹਾਡੀ ਜਿਹੜੀ ਆਪਣੀ ਲਾਈਨ ਹੈ ਨਾ ਉਹਦੇ ਉੱਤੇ ਅਟੈਕ ਕਰ ਰਹੇ ਆ ਜੀ ਇੰਦਰਪ੍ਰੀਤ ਜੀ। ਜੀ ਬਿਲਕੁਲ, ਨਹੀਂ ਉਹ ਕਹਿ ਰਹੇ ਵੀ ਤੁਹਾਡੀ ਕਮੀਜ਼ ਵੀ ਓਨੀ ਹੋਈ ਦਾਗਦਾਰ ਹੈ ਜਿੰਨੀ ਸਾਡੀ ਹੈਗੀ ਆ, ਤੁਹਾਡੀ ਕੋਈ ਦੁੱਧ ਦੀ ਧੁਲੀ ਹੋਈ ਨਹੀਂ ਹੈਗੀ। ਸੋ ਦੂਜੀ ਜਿਹੜੀ ਤੁਸੀਂ ਜੀ ਬਸ ਹਾਂ ਭਾਸਕਰ ਸਾਹਿਬ ਇੱਕ ਚੀਜ਼ ਮੈਂ ਕਹਿਣਾ ਚਾਹੂੰਗਾ, ਦੇਖੋ 45 ਕਰੋੜ ਖਰਚੇ ਨਹੀਂ ਖਰਚੇ, ਜੇ ਖਰਚੇ ਵੀ ਕੇਜਰੀਵਾਲ ਹੋਰਾਂ ਨੇ, ਤੇ ਮੁੱਦਾ ਇਸ ਕਰਕੇ ਬਣਿਆ ਹੋਇਆ ਹੈ ਕਿ ਆਮ ਆਦਮੀ ਆਰਡੀਨਰੀ ਮੈਨ ਮਫਲਰ ਮੈਨ ਨੇ 45 ਕਰੋੜ ਰੁਪਏ ਆਪਣੇ ਘਰ ਦੀ ਰੈਨੋਵੇਸ਼ਨ ਦੇ ਉੱਤੇ ਖਰਚ ਦੇ। ਮੁੱਦਾ ਇਸ ਕਰਕੇ ਨਹੀਂ ਹੈ ਕਿ 45 ਕਰੋੜ ਜ਼ਿਆਦਾ ਅਮਾਉਂਟ ਹੈ, ਮੁੱਦਾ ਇਸ ਕਰਕੇ ਹੈ ਕਿ ਆਮ ਆਦਮੀ ਨੇ ਖਰਚੇ। ਹੁਣ ਇਹ ਮੁੱਦਾ ਤੇ ਬਣੇਗਾ, ਫੇਸ ਵੀ ਕਰਨਾ ਪਏਗਾ। ਨਾਲੇ ਹੁਣ LG ਸਾਹਿਬ ਦੀ ਉਹ ਚਿੱਠੀ, ਔਰ ਚਿੱਠੀ ਤੋਂ ਬਾਅਦ 15 ਦਿਨ ਜਿਹੜੀ ਨਰੇਸ਼ ਕੁਮਾਰ ਤੋਂ ਚਿੱਠੀ ਮੰਗਦੇ ਨਾ ਪ੍ਰਿੰਸੀਪਲ ਸੈਕਟਰੀ ਤੋਂ, ਉਹ ਭਾਵੇਂ 15 ਦਿਨ ਦਾ ਟਾਈਮ ਹੋਵੇ, 10 ਦਿਨਾਂ ਦੇ ਵਿੱਚ ਤੋੜ ਦਿੰਦੇ ਚਿੱਠੀ, ਔਰ ਉਸ ਤੋਂ ਬਾਅਦ ਅਗਲੇ 5 ਦਿਨਾਂ ਦੇ ਵਿੱਚ ਤੇ ਉਹ ਚਿੱਠੀ ਅੱਗੇ ਵੀ ਰਿਕਮੈਂਡ ਹੋ ਜਾਂਦੀ ਹੁੰਦੀ ਹੈ। ਇਸ ਗੱਲ ਦਾ ਡਰ ਤੇ ਕੇਜਰੀਵਾਲ ਸਾਹਿਬ ਨੂੰ ਵੀ ਲੱਗਦਾ ਹੋਵੇਗਾ, ਉਹ ਵੀ ਖਾਸ ਕਰਕੇ ਤਦ ਜਦ ਆਮ ਆਦਮੀ ਪਾਰਟੀ ਦੇ ਲੀਡਰ ਇਸ ਗੱਲ ਨੂੰ ਕਿਸੇ ਵੀ ਜਗ੍ਹਾ ਡਿਨਾਈ ਨਹੀਂ ਕਰ ਰਹੇ। ਉਹ ਪੈਸੇ ਦੇ ਵਿੱਚ ਕਹਿੰਦੇ 30 ਕਰੋੜ ਖਰਚ ਹੋਏ, ਪਰ ਉਹ ਐ ਨਹੀਂ ਕਰਦੇ ਕਿ ਵੀ ਇਹ ਜਿਹੜੇ ਕੰਬਲ ਕੁੰਬਲ ਪਰਦੇ ਪੁਰਦੇ ਆ ਸਾਰੀ ਜਿਹੜੀ ਗੱਲਾਂ ਚੱਲ ਰਹੀ ਹੈ, ਉਹਦੇ ਉੱਤੇ ਹਜੇ ਤੱਕ ਆਮ ਆਦਮੀ ਪਾਰਟੀ ਦਾ ਵੀ ਕੋਈ ਡਿਨਾਇਲ ਨਹੀਂ ਹੈ। ਭਾਸਕਰ ਸਾਹਿਬ ਵੈਸੇ ਤਾਂ ਇਹ 'ਚ ਕੋਈ ਕੇਸ ਨਹੀਂ ਬਣਦਾ। ਸਰਕਾਰੀ ਪੈਸੇ ਸਰਕਾਰੀ ਸਥਾਨ ਤੇ ਲੱਗੇ ਆ, ਸਰਕਾਰੀ ਘਰ ਤੇ ਲੱਗਿਆ। ਹਾਂ ਇਹ ਹੋ ਸਕਦਾ ਵੀ 44 ਕਰੋੜ ਜੇ ਲੱਗਿਆ ਜਾਂ 30 ਕਰੋੜ ਜੇ ਲੱਗਿਆ, ਇਹ ਲੱਗਿਆ ਤਾਂ ਹੈ ਠੀਕ ਤਰੀਕੇ ਨਾਲ, ਵੀ ਲੱਗਿਆ ਵੀ ਹੈ ਕਿ ਨਹੀਂ ਇਹ ਵੇਖ ਲਓ। ਇਹਦੇ ਵਿੱਚ ਕੋਈ ਕਰਪਸ਼ਨ ਤਾਂ ਨਹੀਂ, ਕੱਲ ਨੂੰ ਇਹਦੇ ਤੇ ਜਾਂਚ ਹੋ ਸਕਦੀ ਆ ਵੀ ਜੇ ਮਟੀਰੀਅਲ ਕੋਈ ਮੰਨ ਲਓ ਤੁਸੀਂ ਪਰਦਾ ਕਹਿੰਦੇ ਬੜਾ ਮਹਿੰਗਾ, ਇਹ ਨਾ ਹੋਵੇ ਕਿ ਅੱਧੀ ਕੀਮਤ ਵਾਲਾ ਨਿਕਲ ਆਵੇ, ਜਿਹੜੀ ਫਰਮ ਨੇ ਸਪਲਾਈ ਕੀਤਾ ਹੋਵੇ ਉਹ ਵਿੱਚ ਕੁਝ ਹੋਰ ਪੰਗਾ ਪਾ ਦੇ, ਜਿਹੜਾ ਮਾਰਬਲ ਹੈ ਉਹਦੇ ਵਿੱਚ ਕੋਈ ਪੰਗਾ ਨਿਕਲ ਆਵੇ, ਇਹਦੇ ਵਿੱਚ ਕੋਈ ਪੰਗਾ ਹੋ ਸਕਦਾ। ਇਹ ਮੈਨੂੰ ਬਰੀਕ ਜੀ ਥਿਨ ਲਾਈਨ ਲੱਗਦੀ ਆ ਕਿ ਕੱਲ ਨੂੰ ਸਿਆਪਾ ਇੱਥੇ ਫਸਣਾ ਜੇ ਫਸਿਆ। ਪਰ ਇੰਦਰਪ੍ਰੀਤ ਜੀ ਆਪਾਂ ਥੋੜਾ ਜਿਹਾ ਅੱਗੇ ਚੱਲੀਏ। ਨਹੀਂ ਮੈਨੂੰ ਰੰਧਾਵਾ ਸਾਹਿਬ ਮੈਨੂੰ ਇਹ ਲੱਗਦਾ ਕਿ ਥੋੜਾ ਜਿਹਾ ਇਹ ਪੋਲੀਟੀਕਲ ਜ਼ਿਆਦਾ ਹੈ, ਮਤਲਬ ਉਹ ਕਿੰਨਾ ਲੱਗਿਆ ਨਹੀਂ ਲੱਗਿਆ ਇਹ ਹੁਣ ਇਹਨਾਂ ਲਈ ਇੰਨਾ ਇੰਪੋਰਟੈਂਟ ਨਹੀਂ ਹੈ। ਮੈਨੂੰ ਲੱਗਦਾ ਕਿ ਜਿਹੜਾ 2024 ਵਾਲਾ ਇਲੈਕਸ਼ਨ ਹੈ ਉਹਨੂੰ ਦੇਖ ਕੇ ਇਹ ਪੋਲੀਟੀਕਲ ਸਕੋਰਿੰਗ ਦਾ ਜ਼ਿਆਦਾ ਹੈ। ਜੇ ਕਿਤੇ ਭਾਜਪਾ ਜਾਂ ਹੋਰ ਪਾਰਟੀਆਂ ਜਿਹੜੀਆਂ ਵੀ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਨੇ, ਉਹ ਸਾਰੀਆਂ ਇਹ ਸਟੈਬਲਿਸ਼ ਕਰਨ 'ਚ ਜਿਹੜੀਆਂ ਕਾਮਯਾਬ ਹੋ ਜਾਣਗੀਆਂ ਨਾ, ਕਿ ਇੱਕ ਆਮ ਆਦਮੀ ਪਾਰਟੀ ਜਿਹਨੂੰ ਤੁਸੀਂ ਕਹਿੰਦੇ ਹੋ ਜਾਂ ਬਿਲਕੁਲ ਸਧਾਰਨ ਬੰਦਾ ਕਹਿ ਰਹੇ ਹੋ, ਕੱਟੜਾ ਇਮਾਨਦਾਰ ਕਹਿ ਰਹੇ ਹੋ, ਉਹਦੇ ਦੇਖੋ ਲੈਵਿਸ਼ ਖਰਚੇ ਕਿੰਨੇ ਨੇ, ਤਾਂ ਉਹ ਮੈਨੂੰ ਲੱਗਦਾ ਕਿ ਸ਼ਾਇਦ ਜ਼ਿਆਦਾ ਡੈਮੇਜ ਹੋਏਗਾ ਆਮ ਆਦਮੀ ਪਾਰਟੀ ਵਾਸਤੇ। ਨਾ 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 ਇੰਦਰਪ੍ਰੀਤ ਜੀ ਇੰਨਾ ਕੁ ਡੈਮੇਜ ਡੂਮੇਜ ਤੇ ਬਥੇਰੇ ਚਿਰ ਦਾ ਹੋ ਗਿਆ। ਮੰਨੋ ਮੇਰੀ ਗੱਲ, ਲੋਕ ਹੁਣ ਇਹ ਨਹੀਂ ਮੰਨਦੇ ਵੀ ਕੇਜਰੀਵਾਲ ਸਾਹਿਬ ਐਡੇ ਹੀ ਆਮ ਇਨਸਾਨ ਨੇ। ਜਿਹੜਾ ਬੰਦਾ ਏਡੀ ਵੱਡੀ ਜੌਬ ਤੋਂ ਆਇਆ ਹੋਵੇ, ਉਹ ਵੀ ਤਾਂ ਮਹਾਰਾਜਾ ਹੀ ਨੇ ਲਗਭਗ। IAS IPS IFS ਤੇ IRS ਕਿਤੇ ਘੱਟ ਥੋੜੀ ਨੇ। ਹੁਣ ਸਵਾਲ ਇਸ ਗੱਲ ਤੇ ਆ ਕਿ ਪਹਿਲਾਂ ਤਾਂ ਅਗਲੇ ਇਮੇਜ ਵਿਗਾੜਨਗੇ ਵੀ ਆਹ ਵੇਖੋ ਜੀ ਆਮ ਆਦਮੀ, ਫਿਰ ਉਸ ਤੋਂ ਬਾਅਦ ਜੇ ਕਿਤੇ ਇਹ ਆ ਗਿਆ ਵੀ ਕੇਜਰੀਵਾਲ ਸਾਹਿਬ ਜਾਂ ਉਹਨਾਂ ਦੇ ਕੋਈ ਸਿਪਾ ਸਲਾਰ ਜਾਂ ਪਰਿਵਾਰਕ ਮੈਂਬਰ ਕਿਧਰੇ ਮਾਰਬਲ ਫਾਈਨਲ ਕਰਨ ਗਏ ਸੀ ਔਰ ਇਹਦੇ ਵਿੱਚ ਠੇਕੇਦਾਰ ਜਾਂ ਅਧਿਕਾਰੀ ਤੇ ਪਲ ਦੇ ਵਿੱਚ ਸਟੇਟਮੈਂਟ ਦੇ ਦਿੰਦੇ ਹੁੰਦੇ ਆ ਵੀ ਨਹੀਂ ਜੀ ਅਸੀਂ ਤੇ ਕੁਝ ਵੀ ਨਹੀਂ ਕੀਤਾ, ਅਸੀਂ ਤੇ ਸਿਰਫ ਘੁੱਗੀ ਮਾਰਨ ਵਾਲੇ ਸੀ। ਸਿਆਪਾ ਇੱਥੇ ਫਸਦਾ ਹੁੰਦਾ। ਜੇ ਫਸਾਉਣ ਤੇ ਆ ਜਾਣ ਅਗਲੇ ਤੇ 5 ਰੁਪਈਆਂ 'ਚ ਫਸਾ ਲੈਂਦੇ ਆ। ਮੈਨੂੰ ਤਾਂ ਮੇਰਾ ਤਾਂ ਮੱਥਾ ਠਣਕਦਾ। ਮੈਂ ਤਾਂ ਇੱਥੇ ਡਰਿਆ ਕਿ ਸਾਡੇ ਦੇਸ਼ ਦੇ ਵਿੱਚ ਕੱਟੜ ਇਮਾਨਦਾਰੀ ਦੇ ਉੱਤੇ ਕਿਤੇ ਦਾਗ ਨਾ ਲੱਗ ਜੇ, ਕਿਉਂਕਿ ਬੜੀ ਦੇਰ ਬਾਅਦ ਮਿਲੀ ਆ। ਹੁਣ ਤੁਸੀਂ ਮੈਨੂੰ ਦੱਸੋ ਕਿ ਭਗਵੰਤ ਮਾਨ ਸਾਹਿਬ ਵੀ ਡਾਂਗ ਕੱਢ ਕੇ ਨਾ ਤੇ ਉਹ ਬਰੂਹਾਂ 'ਚ ਖਲੋਤੇ ਆ ਬਾਹਰ ਫੜ ਕੇ ਨਾ ਸੰਮਾਂ ਵਾਲੀ, ਵੀ ਆਪਾਂ ਨਹੀਂ ਜੇ ਕੋਈ ਕਰਪਟ ਪੋਲੀਟੀਸ਼ੀਅਨ ਤੇ ਅਫਸਰ ਬਖਸ਼ਣਾ। ਹੁਣ ਨਵੀਆਂ ਹਦਾਇਤਾਂ ਜਾਰੀ ਹੋਈਆਂ ਨੇ, ਉਹਦੇ ਵਿੱਚ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਗਿਆ ਕਿ ਵਿਜੀਲੈਂਸ ਨੂੰ ਤੁਰੰਤ ਚਿੱਠੀ ਜਾਰੀ ਕਰ ਦਿਓ। ਅੱਜ ਤੁਰੰਤ ਜਾਰੀ ਕਰ ਦਿਓ ਲਿਖਿਆ ਤੇ ਜਾਂਦਾ, ਕਦੇ ਹੋਈ ਤੇ ਹੈ ਨਹੀਂ। ਦੂਜੇ ਬੰਨੇ ਇਹ ਵੀ ਨਾਲ ਦੀ ਨਾਲ ਹੀ ਕਹਿ ਦਿੱਤਾ ਗਿਆ ਵੀ ਸਮਾਂ ਸੀਮਾ ਤੈਅ ਕਰ ਲਓ, ਜਿਹੜੀ ਤੁਹਾਡੇ ਕੋਲ ਜਾਂਚ ਆ ਉਹਦੇ 'ਚ ਪੂਰੀ ਕਰ ਲਓ, ਰਿਪੋਰਟ ਪੇਸ਼ ਕਰੋ। ਰੰਧਾਵਾ ਸਾਹਿਬ ਇਸ ਦੇ ਦੋ ਪਹਿਲੂ ਹੈ। ਇੱਕ ਤਾਂ ਹੈ ਟੋਟਲ ਨਿਰੋਲ ਜਿਹੜਾ ਪ੍ਰਸ਼ਾਸਨਿਕ ਪਹਿਲੂ ਹੈ, ਉਹ ਇਹ ਹੈਗਾ ਕਿ ਰੂਲਸ ਆਫ ਬਿਜ਼ਨਸ 'ਚ ਪਹਿਲਾਂ ਹੀ ਤੈਅ ਨੇ ਕਿ ਕਿਸ ਬੰਦੇ ਨੇ ਕੀ ਕੰਮ ਕਰਨਾ ਹੈ। ਅਗਰ ਚੀਫ ਮਿਨਿਸਟਰ ਇੱਕ ਚਿੱਠੀ ਲਿਖ ਰਹੇ ਹੈ ਕਿ ਜਿਹੜੀ ਜਾਂਚ ਹੈ ਉਹ ਤੈਅ ਸਮੇਂ 'ਚ ਪੂਰੀ ਹੋਣੀ ਚਾਹੀਦੀ ਹੈ, ਇੱਕ ਜਿਹੜੀ ਚਿੱਠੀ ਗਈ ਹੈ ਕਿਸੇ ਨੂੰ ਅਪਰੂਵਲ ਦੇਣੀ ਹੈ ਤਾਂ ਤੈਅ ਸਮੇਂ 'ਚ ਦੇ ਦੇਣੀ ਚਾਹੀਦੀ ਹੈ, ਇਹ ਤਾਂ ਆਲਰੇਡੀ
ਨਿਯਮਾਂ ਦੇ ਵਿੱਚ ਹੀ ਹੈ, ਇਹਦੇ 'ਚ ਚਿੱਠੀ ਕੱਢਣ ਦੀ ਲੋੜ ਅਗਰ ਪਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਹੈਗਾ ਉਹ ਇਹ ਚੀਜ਼ਾਂ ਨਹੀਂ ਵਾਪਰ ਰਹੀਆਂ। ਜਿਵੇਂ ਅਸੀਂ ਬਾਈਬਲ ਕਲਾਮ ਵਾਲਿਆਂ ਵੀ ਡਿਸਕਸ ਕਰਨਾ ਹੈ ਕਿ ਦੇਖੋ ਕਿੰਨਾ ਲੰਬਾ ਆ ਗਿਆ, 8 ਸਾਲ ਹੋ ਚੁੱਕੇ ਆ। ਇਸ ਤਰ੍ਹਾਂ ਹੋਰ ਬਹੁਤ ਕੇਸ ਹੋਣਗੇ। ਪਹਿਲਵਾਨ ਸਾਹਿਬ ਦਾ ਹੀ, ਚਾਹੇ ਸੁਰਿੰਦਰ ਪਹਿਲਵਾਨ ਦਾ ਲਗਾ ਲਓ, ਇਹਨੂੰ ਵੀ 5 ਸਾਲ ਤੋਂ ਉੱਤੇ ਹੋ ਗਿਆ। ਹੋਰ ਕਈ ਕੇਸ ਜਿੰਨੇ ਮਰਜ਼ੀ ਤੁਸੀਂ ਖੋਲ ਕੇ ਦੇਖ ਲਓ, ਇਹ ਉਹਦੇ ਨੇ। ਉੱਥੇ ਜਦੋਂ ਇਹ ਜਾਂਚ ਦੀ ਗੱਲ ਆਉਂਦੀ ਹੈ ਤਾਂ ਜਦੋਂ ਵੀ ਤੁਸੀਂ ਕਿਸੇ ਵੀ ਆਈਓ ਨਾਲ ਗੱਲ ਕਰਕੇ ਦੇਖਿਓ, ਉਹ ਕਹਿਣਗੇ ਵੀ ਯਾਰ ਜਿਹੜਾ ਕੰਮ ਸਾਨੂੰ ਦਿੱਤਾ ਹੋਇਆ ਉਹ ਤਾਂ ਕਰਨ ਹੀ ਨਹੀਂ ਦਿੰਦੇ। ਕੰਮ ਤਾਂ VIP ਸਿਕਿਉਰਿਟੀਆਂ 'ਚ ਲੱਗਿਆ ਪਿਆ ਜਾਂ VIP ਦੀ ਸੇਵਾ ਭਾਵ 'ਚ ਲੱਗਿਆ ਪਿਆ, ਜਿਹੜੇ ਉਹ ਆਉਂਦੇ ਆ, ਸਾਰਾ ਕੰਮ ਤਾਂ ਛੱਡ ਕੇ ਉੱਧਰ ਲੱਗੇ ਰਹੀਦਾ ਹੈ, ਇੱਧਰ ਕੌਣ ਕਰਨ ਦਿੰਦਾ। ਮੈਨੂੰ ਇੱਕ ਕਿੱਸਾ ਜਿਹਾ ਥੋੜਾ ਜਿਹਾ ਯਾਦ ਆਇਆ, ਜਿਹੜਾ 2005 ਚ ਨਰਿੰਦਰ ਮੋਦੀ ਹੋਰਾਂ ਨੇ ਇੱਕ ਸਾਰੇ ਪ੍ਰਦੇਸ਼ਾਂ ਦੀ ਨਾ ਇੱਕ ਕਾਨਫਰੰਸ ਬੁਲਾਈ ਸੀ, ਹੋਸਟ ਕੀਤੀ ਸੀ, ਬੁਲਾਈ ਨਹੀਂ ਸੀ, ਹੋਸਟ ਕੀਤੀ ਸੀ। ਉਹ ਸੀ ਪ੍ਰਸ਼ਾਸਨਿਕ ਸੁਧਾਰਾਂ ਦੇ ਉੱਤੇ। ਤਾਂ ਉੱਥੇ ਸਾਰੇ ਸਟੇਟਾਂ ਨੇ ਆਪਣੇ ਆਪਣੇ ਪ੍ਰਿੰਸੀਪਲ ਸੈਕਟਰੀ ਜਾਂ ਚੀਫ ਸੈਕਟਰੀ ਭੇਜੇ ਸੀ। ਤੁਹਾਨੂੰ ਬਹੁਤ ਹੈਰਾਨੀ ਹੋਊਗੀ, ਪੰਜਾਬ ਸਰਕਾਰ ਨੇ ਇੱਕ ਜੁਆਇੰਟ ਸੈਕਟਰੀ ਭੇਜਿਆ ਸੀ, ਜਿਹੜਾ ਕਿ ਨਾ PCS ਸੀ ਨਾ IAS ਸੀ। ਉਹ ਡਿਪਾਰਟਮੈਂਟਲ ਇੱਕ ਜਿਹੜੇ ਜੁਆਇੰਟ ਸੈਕਟਰੀ ਹੁੰਦੇ ਨੇ ਉਹ ਭੇਜ ਕੇ ਕੰਮ ਸਾਰਤਾ। ਉੱਥੇ ਇਹੀ ਤੈਅ ਹੋਣਾ ਸੀ ਤੇ ਇਹ ਸੀ ਵੀ ਕਿਹੜਾ ਕੰਮ ਕਿਸ ਸਟੇਜ ਤੇ ਕਿਹਨੇ ਕਰਨਾ ਹੁੰਦਾ ਹੈ, ਤੇ ਅਗਰ ਉਹ ਨਹੀਂ ਕਰਦਾ ਤਾਂ ਉਹਦੇ ਲਈ ਕੀ ਕੀਤਾ, ਕੀ ਪਨਿਸ਼ਮੈਂਟ ਦਿੱਤੀ ਜਾਣੀ ਚਾਹੀਦੀ ਹੈ ਉਸ ਅਫਸਰ ਨੂੰ। ਸੋ ਉਸ ਤੇ ਅਗਰ ਅਸੀਂ ਜੁਆਇੰਟ ਸੈਕਟਰੀ ਭੇਜ ਰਹੇ ਹਾਂ ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਫਿਰ ਸਾਡਾ ਪ੍ਰਦੇਸ਼ ਦਾ ਜਿਹੜਾ ਤਾਣਾ ਬਾਣਾ ਹੈ ਪ੍ਰਸ਼ਾਸਨਿਕ ਦਾ, ਇਹ ਚੱਲੂਗਾ ਕਿਸ ਤਰ੍ਹਾਂ। ਇਸ ਕਰਕੇ ਤਾਂ ਚੀਫ ਮਿਨਿਸਟਰ ਨੂੰ ਇਹ ਚਿੱਠੀਆਂ ਕੱਢਣੀਆਂ ਹੀ ਪੈਣਗੀਆਂ। ਤਾਂ ਦੂਜਾ ਇਹਦਾ ਪਹਿਲੂ ਇਹ ਵੀ ਹੈ ਵੀ ਜਿਹੜੇ ਇੱਕ ਮੇਰਾ ਹੋਰ ਸੀ ਕਿ ਮੁੱਖ ਮੰਤਰੀ ਅਗਰ ਕੋਈ ਫੈਸਲਾ ਲੈਂਦੇ ਆ, ਜਿਸ ਤਰ੍ਹਾਂ ਅੱਜ ਉਹਨਾਂ ਨੇ ਲਿਆ ਵੀ ਟਾਈਮਲੀ ਲੈਣ, ਇਹ ਕੱਲਾ ਇੱਕ ਜਾਂਚਾਂ ਦੇ ਵਿਸ਼ੇ ਨਹੀਂ ਹੈਗੇ ਰੰਧਾਵਾ ਸਾਹਿਬ। ਮੁੱਖ ਮੰਤਰੀ ਦੇ ਤਾਂ ਹੋਰ ਵੀ ਬਹੁਤ ਏਰੀਆ ਹੈਗੇ ਨੇ। ਇੱਕ ਬਹੁਤ ਇੰਟਰਸਟਿੰਗ ਅੱਜ ਟਵੀਟ ਇੱਕ ਸੰਦੀਪ ਜਾਖੜ ਹੋਰਾਂ ਨੇ ਕੀਤਾ, ਜਿਹੜੇ MLA ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਮਸਟਰਡ ਹੈਗੀ ਹੈ ਉਹ ਬਿਲੋ MSP ਵਿਕ ਰਹੀ ਹੈ ਪੰਜਾਬ ਦੇ ਵਿੱਚ। ਸਰੋਂ ਵਿਕ ਤਾਂ ਉਹ, ਹਾਂ ਸਰੋਂ ਜਿਹੜੀ ਉਹ ਵਿਕ ਤਾਂ ਹਰਿਆਣੇ 'ਚ ਵੀ ਰਹੀ ਹੈ ਬਿਲੋ MSP, ਔਰ ਰਾਜਸਥਾਨ 'ਚ ਵੀ ਰਹੀ ਹੈ। ਪਰ ਉਹਨਾਂ ਦੋਨਾਂ ਸਰਕਾਰਾਂ ਨੇ ਨੈਫੈਡ ਨਾਲ ਉੱਥੇ ਗੱਲਬਾਤ ਕਰਕੇ ਉਹਨਾਂ ਦੇ ਰਾਹੀਂ ਖਰੀਦ ਕਰ ਲਈ ਹੈ। ਤੇ ਜਿਹੜਾ ਗੈਪ ਹੈਗਾ MSP ਪਲੱਸ ਬਾਜ਼ਾਰੀ ਮੁੱਲ ਦਾ ਜਿਹੜਾ ਗੈਪ ਹੈ ਉਹ ਉੱਥੋਂ ਫੰਡਿੰਗ ਕਰ ਰਿਹਾ ਹੈ, ਯਾਨੀ ਫਾਰਮਰ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ। ਪਰ ਅਸੀਂ ਖਾਸ ਤੌਰ ਤੇ ਮੁੱਖ ਮੰਤਰੀ ਜਿਹੜੇ ਹੈਗੇ ਨੇ ਪਿਛਲੇ ਕਈ ਮਹੀਨਿਆਂ ਤੋਂ ਇਹ ਜ਼ੋਰ ਲਗਾ ਰਿਹਾ ਹੈ ਕਿ ਮੈਂ ਡਾਈਵਰਸੀਫਾਈ ਕਰਨਾ ਹੈ ਚੀਜ਼ਾਂ ਨੂੰ, ਦਾਲਾਂ ਉਗਾਓ, DSR ਕਰੋ, ਇਹ ਕਰੋ, ਉਹ ਕਰੋ। ਇਹ ਜਿਹੜੇ ਫੈਸਲੇ ਨੇ, ਅਗਰ ਫਾਰਮਰ ਦਾ ਵਿਸ਼ਵਾਸ ਇਹਨਾਂ ਤੇ ਨਹੀਂ ਬਣੂਗਾ ਤਾਂ ਮੈਨੂੰ ਲੱਗਦਾ ਇਹ ਲਾਗੂ ਵੀ ਨਹੀਂ ਹੋਣਗੇ। ਕਿਉਂਕਿ ਦੇਖੋ ਜਿਹੜੀ ਸਰੋਂ ਹੈ ਇਹ ਵੀ ਕਣਕ ਦਾ ਇੱਕ ਵਿਕਲਪ ਹੈ। ਜੇ ਤੁਸੀਂ ਉਹਨੂੰ ਬਿਲੋ MSP ਵਿਕਵਾ ਰਹੇ ਹੋ ਔਰ ਕਿਸਾਨ ਇਸ ਤੋਂ ਨਿਰਾਸ਼ ਹੋ ਗਏ ਤਾਂ ਕੱਲ ਤੁਸੀਂ ਜਿੰਨਾ ਮਰਜ਼ੀ ਫਿਰ ਜ਼ੋਰ ਲਗਾਈ ਜਾਈਓ ਕਿ MSP ਤੁਸੀਂ ਇਹ ਕਣਕ ਨਹੀਂ ਆ ਉਗਾ ਲਓ, ਉਹਨਾਂ ਨੇ ਨਹੀਂ ਉਗਾਣੀ, ਉਹ ਆਪਣੀ ਮਰਜ਼ੀ ਨਾਲ ਹੀ ਫਿਰ ਉਗਾਣਗੇ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜੇ ਫੈਸਲੇ ਹੁੰਦੇ ਆ ਇਹ ਇਹਨਾਂ ਦੇ ਉੱਤੇ ਨਜ਼ਰਸਾਨੀ ਤਾਂ ਕੱਲੀ ਚਿੱਠੀ ਲਿਖਣ ਨਾਲ ਨਹੀਂ ਗੱਲ ਬਣਨੀ, ਉਸ ਦੇ ਉੱਤੇ ਨਜ਼ਰਸਾਨੀ ਵੀ ਓਨੀ ਹੀ ਕਰਨੀ ਪੈਣੀ ਹੈ ਜਿੰਨੀ ਚਿੱਠੀ ਲਿਖਣ 'ਚ ਤੁਸੀਂ ਸ਼ਿੱਦਤ ਦਿਖਾ ਰਹੇ। ਦੇਖੋ ਮੁੱਖ ਮੰਤਰੀ ਸਾਹਿਬ ਦੇ ਤੱਕ ਇਹ ਗੱਲ ਤਾਂ ਪਹੁੰਚ ਗਈ ਹੋਊਗੀ ਕੁਦਰਤੀ ਤੌਰ ਤੇ ਸੰਦੀਪ ਜਾਖੜ ਦੇ ਟਵੀਟ ਨਾਲ ਵੀ, ਪਰ ਨਿੱਜੀ ਤੌਰ ਤੇ ਅਸੀਂ ਵੀ ਉਹਨਾਂ ਨੂੰ ਇਹ ਮੈਸੇਜ ਜ਼ਰੂਰ ਕਰਨਾ ਚਾਹਾਂਗੇ ਇਸ ਮਾਮਲੇ 'ਚ ਕਿ ਜੇ ਗੁਆਂਢੀ ਸੂਬੇ ਕੁਝ ਕਰ ਸਕਦੇ ਤੁਸੀਂ ਕਿਉਂ ਨਹੀਂ। ਹਾਲਾਂਕਿ ਮੁੱਖ ਮੰਤਰੀ ਨੇ ਇੱਕ ਵੱਡੀ ਅਨਾਉਂਸਮੈਂਟ ਕੀਤੀ ਸੀ ਕਿ ਹੁਣ ਸਰਕਾਰ ਤੁਹਾਡੇ ਦੁਆਰ ਤਹਿਤ ਅਸੀਂ ਆਇਆ ਕਰਾਂਗੇ, ਅਸੀਂ ਚੰਡੀਗੜ੍ਹ ਦੀ ਬਜਾਏ ਮੀਟਿੰਗਾਂ ਤੁਹਾਡੇ ਜ਼ਿਲ੍ਹਿਆਂ ਜਾ ਕੇ ਕਰਿਆ ਕਰਾਂਗੇ, ਕਿਸੇ ਵੱਡੇ ਪਿੰਡ 'ਚ ਵੀ ਕਰ ਸਕਦੇ ਹਾਂ। ਮੈਨੂੰ ਲੱਗਦਾ ਇਹ ਇੱਕ ਹਾਇਰਾਰਕੀ ਹੁੰਦੀ ਆ ਸੱਤਾ ਦੀ, ਉੱਤੋਂ ਲੈ ਕੇ ਥੱਲੇ ਤੱਕ। ਜਦੋਂ ਕਿਧਰੇ ਸਿਸਟਮ ਕਲੈਪਸ ਕਰਨ ਵਰਗੀ ਸਥਿਤੀ ਬਣੇ ਫਿਰ ਮੁੱਖ ਮੰਤਰੀ ਨੂੰ ਸੰਗਤ ਦਰਸ਼ਨ ਕਰਨੇ ਪੈਂਦੇ ਆ। ਅਦਰਵਾਈਜ਼ ਮੈਨੂੰ ਲੱਗਦਾ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕ ਪੂਰਾ ਤਾਣਾ ਬਾਣਾ ਹੁੰਦਾ ਹੈ। ਜੇਕਰ ਕਰਨੀਆਂ ਤੁਸੀਂ ਜੀ ਸਦਕੇ ਕਰੋ, ਪੰਜਾਬ ਤੁਹਾਡਾ ਹੈ, ਪਰ ਇਹ ਦੇਖੋ ਕਿ ਤੁਹਾਡਾ ਪ੍ਰਸ਼ਾਸਨ ਇੰਨਾ ਕੁ ਚੁਸਤ ਦਰੁਸਤ ਹੋਵੇ ਕਿ ਚੀਫ ਸੈਕਟਰੀ ਤੋਂ ਲੈ ਕੇ ਪਿੰਡ ਪੱਧਰ ਦੇ ਮੁਲਾਜ਼ਮ, ਭਾਵੇਂ ਉਹ ਆਂਗਣਵਾੜੀ ਹੋਣ, ਭਾਵੇਂ ਉਹ ਜਿਹੜੇ ਹੈਗੇ ਆ ਸੋਸ਼ਲ ਵਰਕਰ ਹੋਣ, ਜਿਨ੍ਹਾਂ ਨੂੰ ਗ੍ਰਾਮ ਸੇਵਕ ਕਹਿੰਦੇ ਨੇ, ਜਿਹੜੇ ਪੰਚਾਇਤੀ ਵਿਭਾਗ ਚ ਆਉਂਦੇ ਨੇ, ਪਟਵਾਰੀ ਹੋਣ ਮਾਲ ਵਿਭਾਗ ਦੇ, ਭਾਵੇਂ ਖੇਤੀਬਾੜੀ ਦੇ ਥੱਲੇ ਵਾਲੇ ਅਫਸਰ ਹੋਣ, ਭਾਵੇਂ ਹੈਲਥ ਦੇ, ਹਰ ਮਹਿਕਮੇ ਦੇ ਅਫਸਰ ਥੱਲੇ ਤੱਕ ਇੱਕ ਪੂਰਾ ਤਾਣਾ ਬਾਣਾ, ਉੱਤੋਂ ਕਈ ਗੱਲ ਉਸੇ ਵੇਲੇ ਥੱਲੇ ਤੱਕ ਇੰਪਲੀਮੈਂਟ ਹੋ ਜੇ। ਇੰਜ ਦਾ ਪ੍ਰਾਵਧਾਨ ਕਿਉਂ ਨਹੀਂ ਕਰਦੇ, ਇਹ ਸਵਾਲ। ਔਰ ਕਈ ਵਾਰੀ ਜੁਗਾੜ ਵੀ ਕਰਨੇ,
ਵੀ ਆਪਾਂ ਬਿਜਲੀ ਬਚਾਉਣ ਲਈ 7:30 ਤੋਂ 2 ਵਜੇ ਤੱਕ ਆ ਰਹੇ ਆ। ਮੈਨੂੰ ਲੱਗਦਾ ਸਾਨੂੰ ਅਜੇ ਜੁਗਾੜਾਂ ਤੋਂ ਬਾਹਰ ਨਿਕਲਣ ਦੀ ਵੀ ਲੋੜ। ਇੱਕ ਵਰਿੰਦਾਵਾ ਸਾਹਿਬ ਇਹਦੇ ਚ ਨਾ ਬਿਲਕੁਲ ਮੈਂ ਸਿਰਫ ਇੱਕ ਇੰਸਟੈਂਸ ਦੱਸ ਕੇ ਤੁਹਾਨੂੰ ਕਰਨਾ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੈਬਨਿਟ ਉੱਥੇ ਤੱਕ ਜਾਏਗੀ ਜਾਂ ਪਿੰਡਾਂ ਤੱਕ ਜਾਏਗੀ ਜਾਂ ਜ਼ਿਲ੍ਹਿਆਂ ਤੱਕ ਜਾਏਗੀ। ਇੱਕ ਕ੍ਰਿਸ਼ਨ ਕੁਮਾਰ ਜੀ ਸਾਡੇ ਪੰਜਾਬ ਦੇ ਆਈਐਸ ਅਫਸਰ ਨੇ, ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਡੀਸੀ ਸੀਗੇ, ਤਾਂ ਉਹਨਾਂ ਨੇ ਸਿਸਟਮ ਲਾਗੂ ਕਰਤਾ ਸੀਗਾ। ਕੋਈ ਸ਼ਿਕਾਇਤ ਜਿਹੜੀ ਹੁੰਦੀ ਸੀ ਉਹ ਕਹਿੰਦੇ ਸੀ ਵੀ ਕਿਸੇ ਮੰਤਰੀ ਕੋਲ ਲੈ ਕੇ ਜਾਣ ਦੀ ਲੋੜ ਨਹੀਂ, ਮੈਨੂੰ ਦੱਸੋ ਕੀ ਹੈਗਾ। ਮੈਨੂੰ ਯਾਦ ਹੈ ਉਦੋਂ ਜਿਹੜੇ ਉੱਥੇ ਦੇ ਐਮਐਲਏ ਸੀਗੇ ਨਵਾਂ ਸ਼ਹਿਰ ਵਾਲੇ, ਉਹਨਾਂ ਨੇ ਇਹ ਸ਼ਿਕਾਇਤ ਕਰਤੀ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਜੀ ਇਹ ਤੁਹਾਡਾ ਡੀਸੀ ਇੱਥੋਂ ਹਟਾਓ, ਇਹ ਤਾਂ ਲੋਕ ਤਾਂ ਮੇਰੇ ਕੋਲ ਆਣੇ ਹੀ ਬੰਦ ਹੋ ਗਏ, ਤਾਂ ਮੇਰਾ ਤਾਂ ਸਾਰਾ ਕੰਮ ਹੀ ਠੱਪ ਹੋ ਜਾਊਗਾ। ਮਤਲਬ ਤੁਸੀਂ ਦੇਖੋ ਵੀ ਜੇ ਪ੍ਰਸ਼ਾਸਨ ਇਹ ਕੰਮ ਕਰਨ ਲੱਗ ਜੇ ਤਾਂ ਪੋਲੀਟੀਸ਼ੀਅਨ ਸਮਝਦੇ ਯਾਰ ਫਿਰ ਸਾਡੇ ਕੋਲ ਤਾਂ ਕੋਈ ਕੰਮ ਹੀ ਨਹੀਂ ਰਿਹਾ ਹੈਗਾ। ਪਰ ਮੈਨੂੰ ਫਿਰ ਵੀ ਇਹ ਲੱਗਦਾ ਹੈ ਕਿ ਇਹ ਜ਼ਿਆਦਾ ਬੈਟਰ ਤਰੀਕੇ ਹੈ ਕਿ ਜੇ ਤੁਸੀਂ ਸਿਸਟਮ ਨੂੰ ਥੱਲੇ ਤੱਕ ਬਣਾ ਦਿਓ ਤਾਂ ਜਿਹੜੇ ਮੰਤਰੀ ਨੇ ਜਾਂ ਐਮਐਲਏਜ਼ ਨੇ, ਜਿਹੜੀਆਂ ਫਿਰ ਉਹਨਾਂ ਦੀਆਂ ਡਿਊਟੀਆਂ ਨੇ, ਉਹ ਆਪਣੀ ਹੋਈ ਡਿਊਟੀਆਂ ਕਰਨ। ਇਹ ਜਿਹੜੀਆਂ ਡਿਊਟੀ ਨਹੀਂ ਹੈਗੀਆਂ ਵੀ ਤੁਸੀਂ ਫੋਨ ਕਰਕੇ ਉਹਨੂੰ ਕਹਿ ਰਹੇ ਹੋ ਕਿ ਆਹ ਕੰਮ ਕਰਦੇ, ਇਹਦੇ ਉੱਤੇ ਕੇਸ ਬਣਾ ਦੇ, ਇਹਨੂੰ ਛੁਡਾ ਦਿਓ। ਇਹ ਕੇਸ ਇਹ ਐਮਐਲਏਜ਼ ਦੇ ਕੰਮ ਨਹੀਂ ਹੈ। ਐਮਐਲਏ ਦੇ ਕੰਮ ਹੈਗੇ ਨੇ ਜਿਹੜੀ ਉਹਨਾਂ ਦੀ ਸਰਕਾਰ ਨੇ ਨੀਤੀਆਂ ਬਣਾਈਆਂ ਉਹਨਾਂ ਨੂੰ ਥੱਲੇ ਤੱਕ ਲੈ ਕੇ ਜਾਓ, ਇੰਪਲੀਮੈਂਟ ਕਰਾਓ। ਇਹ ਜਿਹੜਾ ਚੀਜ਼ਾਂ ਇਸ 'ਚ ਪੈ ਜਾਂਦੇ ਨੇ, ਉਹ ਠੀਕ ਗੱਲ ਹੈ ਤੁਹਾਡੀ। ਜਦੋਂ ਇੱਕ ਮੁੱਖ ਮੰਤਰੀ ਜਿਹੜਾ ਹੈਗਾ ਉਹ ਪਿੰਡ ਲੈਵਲ ਤੱਕ ਚਲਾ ਗਿਆ ਪੂਰੀ ਸਰਕਾਰ ਨੂੰ ਲੈ ਕੇ, ਇਟ ਮੀਨਸ ਜਿਹੜਾ ਪ੍ਰਸ਼ਾਸਨ ਹੈ ਫਿਰ ਉਹ ਪੂਰਾ ਕੋਲੈਪਸ ਹੈ, ਨਹੀਂ ਕੰਮ ਕਰ ਰਿਹਾ, ਤਾਂ ਮੁੱਖ ਮੰਤਰੀ ਜਾਂ ਕੈਬਨਿਟ ਨੂੰ ਉੱਥੇ ਤੱਕ ਆਣਾ ਪੈ ਰਿਹਾ ਹੈ। ਪਰ ਇੰਦਰਪ੍ਰੀਤ ਜੀ, ਜੇ ਭਾਸਕਰ ਸਾਹਿਬ ਕੋ ਆਪਾਂ ਟਿੱਪਣੀ ਲੈਣ ਲੱਗੇ ਆ, ਜੇਕਰ ਮੁੱਖ ਮੰਤਰੀ, ਉਹਦੇ ਮੰਤਰੀ ਤੇ ਉਹਦੇ ਸਾਰੇ ਅਫਸਰ, ਜਿਵੇਂ ਉਹਨਾਂ ਨੇ ਕਿਹਾ ਵਿਭਾਗਾਂ ਦੇ ਅਫਸਰ ਵੀ ਉਸ ਦਿਨ ਰਹਿਣਗੇ, ਇਹਦਾ ਮਤਲਬ ਹੈ ਕਿ ਜਿਹੜਾ ਇੱਕ ਪੂਰਾ ਤੰਤਰ, ਇੱਕ ਵਿਵਸਥਾ ਬਣੀ ਆ ਤੁਹਾਡੇ ਸਕੱਤਰੇ ਤੋਂ ਲੈ ਕੇ ਥੱਲੇ ਤੱਕ, ਉਹ ਤਾਂ ਕਲੈਪਸ ਕਰ ਗਈ ਨਾ। ਜੇਕਰ ਜਿਹੜਾ ਮੁੱਖ ਮੰਤਰੀ, ਮੰਤਰੀਆਂ ਦਾ, ਸੈਕਟਰੀਆਂ ਦਾ, ਜ਼ਿਲ੍ਹਿਆਂ ਦੇ ਡੀਸੀਜ਼ ਦਾ, ਉਹ ਤਾਂ ਗਿਆ ਨਾ। ਫਿਰ ਇਹ ਮਾਮਲਾ ਇਹ ਹੈ ਕਿ ਹਰ ਬੰਦਾ ਆਪਣੀ ਚੇਅਰ ਤੇ ਬੈਠ ਕੇ ਆਪਣੇ ਹਿੱਸੇ ਦਾ ਕੰਮ ਉਸੇ ਵੇਲੇ ਕਰੇ। ਕਿੰਨੀਆਂ ਕੁ ਫਾਈਲਾਂ ਜਿਹੜੀਆਂ ਨੇ, ਉਹ ਵੈਸੇ ਮੁੱਖ ਮੰਤਰੀ ਕਹਿੰਦੇ ਅਸੀਂ ਫਾਈਲਾਂ ਕੋਈ ਨਹੀਂ ਟੇਬਲ ਤੇ ਰੱਖਦੇ, ਅਸੀਂ ਫਾਈਲਾਂ ਕੱਢ ਦਿੰਦੇ, ਮੰਨ ਲੈਨੇ ਮੁੱਖ ਮੰਤਰੀ ਕੱਢ ਦਿੰਦੇ ਹੋਣਗੇ ਕਿਉਂਕਿ ਪੁਰਾਣਿਆਂ ਦੇ ਮੁਕਾਬਲੇ ਅਜੇ ਇਹ ਕੰਮ ਕਰ ਰਹੇ ਨੇ ਇਦਾਂ ਬੈਠ ਕੇ। ਪਰ ਕੀ ਸਾਰੇ ਅਧਿਕਾਰੀ ਤੇ ਸਾਰੇ ਕਰਮਚਾਰੀ ਆਪਣੀ ਆਈ ਹੋਈ ਫਾਈਲ ਸੇਮ ਡੇ ਕੱਢ ਦਿੰਦੇ ਔਰ ਬਿਨਾਂ ਕਾਰਨ ਆਬਜੈਕਸ਼ਨ ਲਾਉਣੋਂ ਹਟ ਗਏ ਨੇ? ਕਿ ਅਜੇ ਵੀ ਕਰਪਸ਼ਨ, ਪੈਸੇ ਲੈਣ ਦੇਣ ਜ਼ਿਆਦਾ ਨਹੀਂ ਹੋ ਗਿਆ ਅੱਗੇ ਨਾਲੋਂ ਕੰਮ ਮਹਿੰਗਾ ਨਹੀਂ ਹੋ ਗਿਆ? ਹੁਣ ਹਰ ਅਧਿਕਾਰੀ ਕਰਮਚਾਰੀ ਇਹ ਕਹਿੰਦਾ ਨਹੀਂ ਯਾਰ ਸਖਤੀ ਬੜੀ ਹੈ, ਇਹ ਕੰਮ ਨਹੀਂ ਹੋ ਸਕਣਾ ਤੁਹਾਡਾ। ਹੁਣ ਨਹੀਂ ਜੀ, ਹੁਣ ਤਾਂ ਬਹੁਤ ਡਰ ਹੈ ਜੀ, ਬੜਾ ਖੌਫ ਹੈ ਜੀ, ਰੇਟ ਵੱਧ ਗਏ। ਹੁਣ ਇਹ ਰੇਟ ਜੇ ਇਹ ਤੁਹਾਨੂੰ ਕਿਸੇ ਨੇ ਕਾਗਜ਼ਾਂ ਤੇ ਨਹੀਂ ਦੱਸਣਾ, ਦਸਤਾਵੇਜ਼ ਨਹੀਂ ਦੱਸਣਾ, ਇਹਦੇ ਕੋਈ ਪ੍ਰੂਫ ਨਹੀਂ ਹੁੰਦੇ, ਪਰ ਹਰ ਬੰਦੇ ਨੂੰ ਪਤਾ ਹੈ ਕਿ ਕਰਪਸ਼ਨ ਦੇ ਰੇਟ ਉਦੋਂ ਵੱਧਦੇ ਆ ਜਦੋਂ ਕਰਪਸ਼ਨ ਤੇ ਸਖਤੀ ਹੁੰਦੀ। ਕੀ ਅਸੀਂ ਆਪਣੇ ਅਫਸਰਾਂ ਦੀਆਂ ਜਿੰਨੀਆਂ ਪ੍ਰਾਪਰਟੀਆਂ ਨੇ ਕਦੇ ਉਹਨਾਂ ਤੇ ਨਜ਼ਰਸਾਨੀ ਕੀਤੀ ਹੈ? ਕੀ ਅਸੀਂ ਅਫਸਰਾਂ ਦੇ ਦਬਾਅ ਥੱਲੇ ਤਾਂ ਨਹੀਂ? ਕੀ ਆਈਐਸ ਲੌਬੀ, ਪੀਸੀਐਸ ਲੌਬੀ ਦੇ ਦਬਾਅ ਤੋਂ ਬਾਅਦ ਬਹੁਤੀਆਂ ਜਾਂਚਾਂ ਰੁਕ ਨਹੀਂ ਗਈਆਂ? ਕੀ ਵਿਭਾਗੀ ਘਪਲੇ ਹੁਣ ਘੱਟ ਡਿਸਕਸ ਕੀਤੇ ਜਾ ਰਹੇ ਆ? ਕੀ ਹੁਣ ਆਮਦਨ ਤੋਂ ਵੱਧ ਜਾਇਦਾਦ ਵਾਲੇ ਮਾਮਲੇ ਜ਼ਿਆਦਾ ਅੱਗੇ ਆ ਰਹੇ ਆ? ਇਹਦਾ ਮਤਲਬ ਹੈ ਇਹ ਸਰਕਾਰ ਆਪਣੇ ਪਿੱਛੇ ਕੋਈ ਭਾਰ ਨਾ ਹੋਣ ਦੇ ਬਾਵਜੂਦ ਵੀ ਕੰਮ ਚਲਾਉਣ ਲਈ ਡਰ ਗਈ ਆ ਕਿ ਇਹ ਨਾ ਹੋਵੇ ਕਿ ਵਿਰੋਧੀਆਂ ਦੀ ਨਜ਼ਰ ਚ ਆ ਕੇ ਵੀ ਇਹਨਾਂ ਕੋਲ ਤਾਂ ਸਰਕਾਰ ਨਹੀਂ ਚੱਲ ਰਹੀ, ਅਫਸਰ ਇਹਨਾਂ ਦੇ ਖਿਲਾਫ ਹੋ ਗਏ, ਅਫਸਰ ਨਹੀਂ ਕੰਮ ਕਰ ਰਹੇ। ਇਹ ਵੀ ਇੱਕ ਡਰ ਦੇ, ਖੌਫ ਦੇ ਤਰੀਕੇ ਹੁੰਦੇ ਆ। ਜੇ ਤੁਸੀਂ ਨਿੱਠ ਕੇ ਕੰਮ ਕਰਨਾ ਹੋਵੇ, ਕੋਈ ਲੋੜ ਨਹੀਂ ਜੇ ਇੱਕ ਆਈਐਸ ਅਫਸਰ ਮਨਾ ਕਰਦਾ, ਠੀਕ ਹੈ ਉਹਨੂੰ ਪਾਸੇ ਕਰ ਦਿਓ, ਉਹਦੇ ਦੂਜੇ ਤੋਂ ਕਰਾ ਲਓ, ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿਓ। ਜ਼ਰੂਰੀ ਨਹੀਂ ਕਿ ਪ੍ਰਿੰਸੀਪਲ ਸੈਕਟਰੀ ਦੇ ਸਾਈਨ ਹੋਣੇ, ਉਹਦੇ ਬਦਲਵੇਂ ਪ੍ਰਬੰਧ ਵੀ ਹੋ ਸਕਦੇ ਆ। ਸੋ ਮੈਨੂੰ ਲੱਗਦਾ ਹੈ ਬੜੇ ਤਰੀਕੇ ਹੋਣਗੇ ਭਾਸਕਰ ਸਾਹਿਬ ਜੀ। ਬਿਲਕੁਲ, ਕੱਲ ਮੀਟਿੰਗ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਕਿਹਾ ਕੀ ਹੈ, ਬੇਸਿਕਲੀ ਉਹ ਇੱਕ ਸਿਸਟਮ ਦੇ ਪਾਰਟ ਨੇ ਔਰ ਸਿਸਟਮ ਐਦਾਂ ਹੀ ਕੰਮ ਕਰਨਾ ਚਾਹੀਦਾ ਹੈ। ਕਰ ਜਿਹੜੀ ਖਬਰ ਵੀ ਛਪੀ ਹੈ ਜਾਂ ਕੱਲ ਕਿਹਾ ਵੀ ਗਿਆ ਕਿ ਪੰਜਾਬ ਸਰਕਾਰ ਹੋ ਗਈ ਹੁਣ ਤੱਕ, ਤੇ ਉਹਨਾਂ ਨੇ ਚਾਹੇ ਚੀਫ ਸੈਕਟਰੀ ਹੋਣ, ਡਾਇਰੈਕਟਰ ਜਨਰਲ ਆਫ ਪੁਲਿਸ ਹੋਣ, ਐਸਟੀਐਫ ਦੇ ਮੁਖੀ ਹੋਣ, ਸਾਰਿਆਂ ਨੂੰ ਬੁਲਾ ਕੇ ਇੱਕ ਇਨਸਟਰਕਸ਼ਨ ਦਿੱਤੀ ਕਿ ਵੀ ਜਿੰਨੇ ਵੀ ਡਿਸਪ੍ਰੋਪੋਰਸ਼ਨੇਟ ਐਸੈਟ ਦੇ ਕੇਸ ਹੈਗੇ ਨੇ ਉਹਦੇ ਵਿੱਚ ਇੱਕ ਸਪੈਸ਼ਲ ਟੀਮ ਬਣਾਓ, ਤੇ ਸਪੈਸ਼ਲ ਟੀਮ ਬਣਾ ਕੇ ਇਨਵੈਸਟੀਗੇਸ਼ਨ ਰਫਤਾਰ ਨਾਲ ਕਰੋ ਤੇ ਲੌਜੀਕਲ ਜਾਂ ਇੱਕ ਟਾਈਮ ਬਾਉਂਡ ਰੂਪ ਨਾਲ ਇਸ ਚੀਜ਼ ਨੂੰ ਲੌਜੀਕਲ ਕੰਕਲੂਜਨ ਤੇ ਪਹੁੰਚਾਇਆ ਜਾਏ। ਔਰ ਉਸ ਤੋਂ ਇਲਾਵਾ ਜਿੰਨੇ ਵੀ ਆਈਓ ਕੋਈ ਡਿਲੇ ਕਰਦੇ ਨੇ ਕਿਸੇ ਵੀ ਇਨਕੁਆਇਰੀ ਦੇ ਵਿੱਚ, ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ। ਅਗਰ ਉਹ ਡਿਲੇ ਕਰਦੇ ਨੇ, ਪ੍ਰਮੋਸ਼ਨ ਉਹਨਾਂ ਦੀ ਰੋਕ ਦਿੱਤੀ ਜਾਏਗੀ। 17A ਦੀ ਗੱਲ ਵੀ ਉਹਨਾਂ ਨੇ ਕੀਤੀ ਹੈ ਕਿ ਵੀ ਪਿਛਲੇ ਦਿਨਾਂ ਦੇ ਵਿੱਚ ਜਜਵਾ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਸੀ ਉਹਦਾ ਰਿਸਪੌਂਸ ਬਹੁਤਾ ਆਇਆ ਜਾਂ ਨਹੀਂ ਆਇਆ, ਪਰ ਇਹ ਵੀ ਇੱਕ ਟਾਈਮ ਬਾਉਂਡ ਮੈਨਰ ਦੇ ਵਿੱਚ ਦੇਣੀ ਚਾਹੀਦੀ ਹੈ। ਕੱਲ ਵੀ ਇੱਕ ਟ੍ਰਿਬਿਊਨ ਵਰਗੀ ਵੱਡੀ ਅਖਬਾਰ ਦੇ ਉੱਤੇ ਉਹਨਾਂ ਦੇ ਐਡੀਟਰ ਸਾਹਿਬ ਨੇ ਇੱਕ ਐਡੀਟੋਰੀਅਲ ਲਿਖਿਆ। ਉਸ ਐਡੀਟੋਰੀਅਲ ਦੇ ਵਿੱਚ ਡਰੱਗ ਕੇਸ ਦੇ ਵਿੱਚ ਭਾਵੇਂ ਉਹ ਰਾਜਾ ਕੰਦੋਲਾ ਹੋਏ, ਭਾਵੇਂ ਉਹ
ਭੋਲੇ ਦੀ ਉਹ ਰਿਵੋਲੂਸ਼ਨ ਹੋਏ, ਉਸ ਦੇ ਵਿੱਚ ਖਾਮੀਆਂ ਦਾ ਜ਼ਿਕਰ ਕੀਤਾ ਹੈ ਕਿ ਇਹ ਇਨਵੈਸਟੀਗੇਸ਼ਨ ਕਿਸੇ ਵੀ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ, ਚੰਨੀ ਉਹਨਾਂ ਦੀ ਸਰਕਾਰ ਦੇ ਵਿੱਚ ਵੀ, ਤੇ ਇਹ ਮੌਜੂਦਾ ਸਰਕਾਰ, ਇਸ ਨੇ ਵੀ ਉਸ ਕੇਸ ਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਕੀਤੀ, ਜਿਹਦੇ ਕਰਕੇ ਮਜੀਠੀਆ ਸਾਹਿਬ ਨੂੰ ਬੇਲ ਹੋ ਗਈ ਹਾਈ ਕੋਰਟ ਤੋਂ। ਔਰ ਉਸ ਬੇਲ ਦੇ ਵਿੱਚ ਕੋਈ ਗਲਤੀ ਨਹੀਂ ਹੈ, ਉਸ ਬੇਲ ਦੇ ਆਰਡਰ ਦੇ ਵਿੱਚ ਕੋਈ ਗਲਤੀ ਨਹੀਂ ਹੈ, ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਨੂੰ ਕਰਨੀ ਚਾਹੀਦੀ ਸੀ ਉਸ ਪਾਸੇ ਤੇ ਤੁਰੇ ਹੀ ਨਹੀਂ। ਇਸ ਤਰੀਕੇ ਦੀ ਟਿੱਪਣੀਆਂ ਜਦ ਹੁੰਦੀ ਹੈ ਅਖਬਾਰਾਂ ਦੇ ਵਿੱਚ, ਐਡੀਟੋਰੀਅਲ ਦੇ ਵਿੱਚ, ਵੱਡੇ ਜਿਹੜੇ ਐਡੀਟਰਸ ਦੀ ਤਰਫੋਂ, ਤੇ ਉਹਦੇ ਬਾਅਦ ਇਸ ਤਰੀਕੇ ਦੀ ਇੰਸਟਰਕਸ਼ਨ ਨੂੰ ਬਾਰ-ਬਾਰ ਇਸ਼ੂ ਕਰਨਾ ਹੈ, ਦਿਖਾਣਾ ਕਿ ਸਰਕਾਰ ਹੁਣ ਸਖਤ ਹੋ ਗਈ ਹੈ, ਉਹਦੇ ਕੋਈ ਬਹੁਤੇ ਫਾਇਦੇ ਨਹੀਂ। ਸਰਕਾਰ ਸਖਤ ਹੋਏ ਤੇ ਇਸ ਤਰੀਕੇ ਦੇ ਕੇਸਿਸ ਨੂੰ ਆਟੋਮੈਟਿਕਲੀ ਨਾਰਮਲ ਤਰੀਕੇ ਨਾਲ ਵੀ ਲੌਜੀਕਲ ਕੰਕਲੂਜਨ ਤੇ ਲੈ ਕੇ ਜਾਣ ਵਾਸਤੇ ਇੱਕ ਟਾਈਮ ਬਾਉਂਡ ਮੈਨਰ ਦੇ ਵਿੱਚ ਚਲਾਨ ਪੇਸ਼ ਕਰਨ ਦੀ ਗੱਲ ਹਮੇਸ਼ਾ ਤੁਰਦੀ ਹੈ। ਜੇ ਨਾ ਕਰਨ ਤੇ ਜਿਹੜਾ ਆਰੋਪੀ ਹੁੰਦਾ ਉਹਨੂੰ ਬੇਲ ਵੀ ਮਿਲ ਸਕਦੀ ਹੈ, ਪਰ ਚਲੋ ਮੁੱਖ ਮੰਤਰੀ ਕੁਝ ਕਹਿੰਦੇ ਨੇ ਤੇ ਉਹਦਾ ਮਤਲਬ ਹੁੰਦਾ ਹੈ, ਔਰ ਉਹਨਾਂ ਦੇ ਕਹਿਣ ਤੋਂ ਬਾਅਦ ਉਹ ਮਤਲਬ ਨਾ ਨਿਕਲੇ ਤੇ ਫਿਰ ਸਵਾਲ ਹੋਰ ਵੱਡੇ ਹੋ ਜਾਂਦੇ। ਭਾਸਕਰ ਸਾਹਿਬ, ਸੁਰਿੰਦਰਪਾਲ ਪਹਿਲਵਾਨ ਦਾ ਮਾਮਲਾ ਕੋਰਟ ਦੇ ਵਿੱਚ ਟ੍ਰਾਇਲ ਦੇ ਵਿੱਚ ਕਿੰਨੀ ਦੇਰ ਦਾ ਫਸਿਆ? ਜਿਹੜਾ ਇਰੀਗੇਸ਼ਨ ਸਕੈਮ ਕਿਹਾ ਜਾਂਦਾ ਹੈ, ਉਹ ਸਕੈਮ ਦੇ ਮਾਮਲੇ 'ਚ ਇਸ ਵਾਰੀ ਜੇ ਗੱਲਬਾਤ ਸ਼ੁਰੂ ਹੋਈ ਕੋਰਟ ਦੇ ਵਿੱਚ, ਕੰਟੈਂਪਟ ਜਿਹੜੀ ਸੀ ਉਹਨੂੰ ਉੱਥੇ ਵੀ ਐਫੀਡੇਵਿਟ ਦਿੱਤਾ ਹੈ ਕਿ ਅਸੀਂ ਪ੍ਰਵਾਨਗੀਆਂ ਮਿਲ ਗਈਆਂ ਤੇ ਜਾਂਚ ਕਰ ਰਹੇ ਹਾਂ, ਕਿ ਉਹ ਹਰ ਦਿਨ ਦੇ ਆਧਾਰ ਤੇ ਨਹੀਂ ਸੀ ਹੋ ਸਕਦੀ ਵਿਜੀਲੈਂਸ ਦੇ ਵਿੱਚ। ਤੁਸੀਂ ਇੱਕ ਅਫਸਰ ਨੂੰ ਸੱਦਣ ਤੋਂ ਬਾਅਦ 15 ਦਿਨ ਦਾ ਸਮਾਂ ਲੈ ਰਹੇ ਹੋ, ਅੱਜ ਉਹ ਜਾਂਚ ਕਿੱਥੇ ਹੈ ਕਿਸੇ ਨੂੰ ਕੋਈ ਪਤਾ? ਕੀ ਇਹਨਾਂ ਮਾਮਲਿਆਂ ਨੂੰ ਤੁਸੀਂ ਨਿਤ ਦਿਨ ਨਹੀਂ ਨਿਪਟਾ ਸਕਦੇ? ਕੀ ਤੁਹਾਡੇ ਕੁਝ ਅਫਸਰ ਇੱਕ ਜਾਂਚ ਜਾਂ ਦੂਜੇ ਮਾਮਲਿਆਂ ਦੇ ਵਿੱਚ ਲਗਾਤਾਰ ਕੰਮ ਨਹੀਂ ਕਰ ਰਹੇ ਹੁੰਦੇ? ਸਾਨੂੰ ਨਹੀਂ ਪਤਾ, ਹੋ ਸਕਦਾ ਕਰ ਰਹੇ ਹੋਣ, ਪਰ ਜ਼ਮੀਨ ਦੇ ਉੱਤੇ ਉਹ ਕੇਸ ਰਿੰਗਦੇ ਨਜ਼ਰ ਆਉਂਦੇ ਆ। ਫਿਰ ਕਿਹਾ ਜਾਂਦਾ ਕਿ ਸਾਰੇ ਵਿਅਕਤੀ ਪ੍ਰਭਾਵਸ਼ਾਲੀ ਹੁੰਦੇ ਆ, ਇਸ ਕਰਕੇ ਮੈਨੇਜ ਹੋ ਜਾਂਦੀਆਂ ਚੀਜ਼ਾਂ। ਫਿਰ ਉਹ ਵੀ ਕਰਪਸ਼ਨ ਦੇ ਚਾਰਜਸ ਹੀ ਨੇ। ਇਹ ਦੋਸ਼ ਵੀ ਜਿਹੜੇ ਆ ਕੋਈ ਛੋਟੇ ਦੋਸ਼ ਨਹੀਂ ਹੁੰਦੇ। ਕਿਉਂ ਨਹੀਂ ਮਾਮਲੇ ਤੁਸੀਂ ਸਿਰੇ ਲਾਉਂਦੇ? ਕਿਉਂ ਨਹੀਂ ਕੋਈ ਮਾਮਲਾ ਲੈ ਕੇ ਉਹਨੂੰ ਆਪਣੇ ਅੰਜਾਮ ਤੱਕ ਲੈ ਕੇ ਜਾਂਦੇ? ਭੰਬਲ ਭੂਸਾ ਕਿਉਂ ਬਣਿਆ ਰਹਿੰਦਾ? ਇਹ ਅਮੂਮਨ ਇੰਨੇ ਕੁ ਜ਼ਿਆਦਾ ਮਾਮਲੇ ਹੋ ਜਾਂਦੇ ਆ ਅਦਾਲਤਾਂ ਦੇ ਵਿੱਚ, ਜਦੋਂ ਨੂੰ ਰਜੀਮ ਬਦਲ ਜਾਂਦੀ ਆ, ਕੱਲ ਨੂੰ ਇਹੀ ਵਿਜੀਲੈਂਸ ਦੀ ਟੀਮ ਜੇ ਕਿਧਰੇ ਹੋਰ ਸ਼ਿਫਟ ਹੋ ਜਾਂਦੀ ਆ, ਦੂਜੀ ਆਊਗੀ, ਉਹ ਫਿਰ ਉਦਾਂ ਹੀ। ਮੈਨੂੰ ਸਮਝ ਨਹੀਂ ਆਉਂਦੀ ਇਹ ਗੱਲਾਂ ਕਿਸ ਪਾਸੇ ਤੁਰਨਗੀਆਂ, ਪਰ ਮੈਂ ਜ਼ਰੂਰ ਅੱਗੇ ਲੈ ਕੇ ਜਾਊਂਗਾ ਇਸ ਮਾਮਲੇ ਨੂੰ ਇੰਦਰਪ੍ਰੀਤ ਜੀ ਵੱਲ, ਕਿ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਭਾਸਕਰ ਸਾਹਿਬ ਤੋਂ ਹੋਰ ਜ਼ਿਆਦਾ ਡਿਟੇਲ ਲੈਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਦਿੱਤਾ ਬਿਆਨ, ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਸਖਤ ਬਿਆਨ। ਇਹ ਬਿਆਨ ਲਗਭਗ ਅਣਸਰ ਦੀ ਲੋੜ ਅਕਾਲੀ ਦਲ ਦੀ ਸੀ, ਆਪਣੀ ਬਸਪਾ ਨੂੰ ਮੈਸੇਜ ਦੇਣ ਲਈ, ਬਸਪਾ ਦੇ ਵਰਕਰਾਂ ਨੂੰ ਮੈਸੇਜ ਦੇਣ ਲਈ, ਉਤਸ਼ਾਹ ਬਣਾਈ ਰੱਖਣ ਲਈ। ਲੇਕਿਨ ਇਹਦੀ ਬਜਾਏ ਇਹ ਪਹਿਲ ਬੀਜੇਪੀ ਨੇ ਕੀਤੀ। ਉਹਨਾਂ ਦਾ ਕੀ ਨੁਕਸਾਨ ਹੋ ਰਿਹਾ ਸੀ ਜਿਹੜਾ ਉਹਨਾਂ ਦੇ ਦੋ, ਪਹਿਲਾਂ ਹਰਦੀਪ ਪੁਰੀ ਕੇਂਦਰੀ ਮੰਤਰੀ ਤੇ ਕੱਲ ਅਸ਼ਵਨੀ ਸ਼ਰਮਾ ਪ੍ਰਦੇਸ਼ ਪ੍ਰਧਾਨ, ਉਹਨਾਂ ਨੂੰ ਕਿਉਂ ਅੱਗੇ ਆਉਣਾ ਪਿਆ? ਰੰਧਾਵਾ ਸਾਹਿਬ, ਬਿਲਕੁਲ ਠੀਕ ਗੱਲ ਹੈ। ਤੁਸੀਂ ਕਿਹਾ ਜਿਹੜਾ ਕਿ ਇਹ ਆਣੀ ਤਾਂ ਅਕਾਲੀ ਦਲ ਵੱਲੋਂ ਚਾਹੀਦੀ ਸੀ, ਕਿਉਂਕਿ ਮੈਂ ਤੁਹਾਨੂੰ ਕੱਲ ਵੀ ਮੈਂ ਇਹ ਕਿਹਾ ਸੀ ਕਿ ਜਦੋਂ ਅਸੀਂ ਇਹ ਬਿਆਨ ਆਏ ਸੀਗੇ ਵਲਟੋਆ ਸਾਹਿਬ ਦੇ ਜਾਂ ਸੁਰਜੀਤ ਕੁਮਾਰ ਜਿਆਣੀ ਹੋਰਾਂ ਦੇ, ਉਸ ਤੋਂ ਬਾਅਦ ਜਿਹੜਾ ਵਲਟੋਆ ਨੇ ਉਹਦਾ ਜਵਾਬ ਦਿੱਤਾ, ਤੇ ਉਦੋਂ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਮੇਰਾ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਜਦੋਂ ਇਹ ਡਿਟੇਲ ਦੀਆਂ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਨਹੀਂ, ਜਿਹੜਾ ਬਸਪਾ ਤੋਂ ਇਲਾਵਾ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਮਤਲਬ ਜ਼ਿਆਦਾ ਇਤਰਾਜ਼ ਪ੍ਰਗਟ ਕੀਤਾ ਹੈ ਆਪਣੀ ਲੀਡਰਸ਼ਿਪ ਕੋਲੇ, ਕਿ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਬਸਪਾ ਦੀ ਇੱਕ ਮੁੱਠ ਜਿਹੜੀ ਵੋਟ ਸਾਨੂੰ ਪੈ ਰਹੀ ਹੈ, ਜਿਹਦੇ ਉੱਤੇ ਅਸੀਂ ਖੜੇ ਹਾਂ, ਉਹ ਸਾਰੀ ਦੀ ਸਾਰੀ ਨਿਰਾਸ਼ ਹੋ ਕੇ ਪਿੱਛੇ ਹਟ ਜਾਏਗੀ, ਤਾਂ ਸਾਨੂੰ ਇਹ ਨਹੀਂ ਦੇਣਾ ਚਾਹੀਦਾ। ਉਹ ਪਿੱਛੇ ਹਟ ਕੇ ਉਹਨਾਂ ਨੇ ਬਿਆਨ ਸ਼ਾਮ ਨੂੰ ਬਦਲ ਲਿਆ। ਪਰ ਕੱਲ ਨਾਲ ਦੀ ਨਾਲ ਹਰਦੀਪ ਪੁਰੀ ਨੇ, ਉਸ ਤੋਂ ਅਗਲੇ ਦਿਨ ਪ੍ਰਦੇਸ਼ ਪ੍ਰਧਾਨ ਜਿਹੜੇ ਅਸ਼ਵਨੀ ਸ਼ਰਮਾ ਨੇ, ਇਹ ਜਿਹੜਾ ਕਹਿਤਾ ਕਿ ਬਈ ਅਸੀਂ ਹਜੇ ਅਕਾਲੀ ਦਲ ਗੱਠਜੋੜ ਨਹੀਂ ਕਰ ਰਹੇ, ਤਾਂ ਮੈਨੂੰ ਇਹ ਲੱਗ ਰਿਹਾ ਵੀ ਇਹ ਇੱਕ ਵੱਡੀ ਗੇਮ ਦਾ ਛੋਟਾ ਹਿੱਸਾ ਵੀ ਹੋ ਸਕਦਾ ਹੈ। ਹੋ ਸਕਦਾ ਕਿ ਇਹ ਲੱਗ ਰਿਹਾ ਹੋਏ ਕਿ ਆਹ ਵਾਲਾ ਇਲੈਕਸ਼ਨ ਕੱਢਣਾ ਜ਼ਰੂਰੀ ਹੈ ਜ਼ਿਆਦਾ, ਤੇ ਉਸ ਤੋਂ ਬਾਅਦ ਫਿਰ ਆਪਾਂ ਉਸ ਤੋਂ ਬਾਅਦ ਦੇਖਦੇ ਹਾਂ ਕਿ ਕੀ ਇਸ ਦੇ ਵਿੱਚ ਹੋ ਸਕਦਾ ਹੈ। ਦੂਸਰੀ ਗੱਲ ਇਹ ਕਿ ਇੱਕ ਧੜਾ ਹਜੇ ਵੀ ਇਸ ਗੱਲ ਦੇ ਉੱਤੇ ਕਾਇਮ ਹੈ, ਖਾਸ ਤੌਰ ਤੇ ਸੈਂਟਰਲ ਲੀਡਰਸ਼ਿਪ ਦਾ, ਭਾਜਪਾ ਦੀ, ਕਿ ਅਸੀਂ ਪੂਰੇ ਪ੍ਰਦੇਸ਼ ਦੇ ਵਿੱਚ ਆਪਣੀ ਪੈਠ ਬਣਾਣੀ ਹੈ ਔਰ ਆਪਣੇ ਦਮ ਤੇ ਬਣਾਣੀ ਹੈ, ਚਾਹੇ ਉਹਨਾਂ ਦੇ ਗਜਿੰਦਰ ਸ਼ੇਖਾਵਤ ਹੋਣ ਜਾਂ ਵਿਜੇ ਰੂਪਾਣੀ ਹੋਣ ਜਾਂ ਕੋਈ ਹੋਰ, ਜਿੰਨੇ ਵੀ ਸੈਂਟਰਲ ਲੀਡਰਸ਼ਿਪ ਤੋਂ ਬੰਦੇ ਆ ਰਹੇ ਹੈ, ਉਹਨਾਂ ਦੇ ਦਿਮਾਗ 'ਚ ਇੱਕੋ ਹੀ ਹੈ ਕਿ ਜਿਹੜੀ ਕਾਂਗਰਸ ਦੇ ਵੱਡੇ ਵੱਡੇ ਲੀਡਰ ਸਾਡੇ 'ਚ ਸ਼ਾਮਲ ਹੋਏ ਨੇ, ਉਹਦੇ ਨਾਲ ਸਾਨੂੰ ਬਹੁਤ ਬੂਸਟ ਮਿਲਿਆ, ਤੇ ਭਾਜਪਾ ਕੱਲੀ ਆਪਣੇ ਦਮ ਤੇ ਸਾਰੀਆਂ 13 ਦੀਆਂ 13 ਸੀਟਾਂ ਜਿਹੜੀਆਂ ਹੈਗੀਆਂ ਨੇ ਇਹਦੀਆਂ ਲੜ ਸਕਦੀ ਹੈ 2024 'ਚ।
ਔਰ ਸਾਨੂੰ ਕਿਸੇ ਦੀ ਲੋੜ ਨਹੀਂ। ਪਰ ਹਜੇ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ, ਕਿਉਂਕਿ ਮੈਂ ਪ੍ਰਧਾਨ ਨੂੰ ਇਸ ਕਰਕੇ ਸ਼ਾਮਲ ਨਹੀਂ ਕਰਦਾ ਇਹਦੇ ਵਿੱਚ ਕਿ ਪ੍ਰਧਾਨ ਸੈਂਟਰ ਤੇ ਸਟੇਟ ਦੇ ਵਿੱਚ ਇੱਕ ਪੁਲਦਾਰ ਕੰਮ ਕਰਦਾ ਹੈ, ਪਰ ਜਿਹੜੀ ਸਟੇਟ ਦੀ ਨਿਚਲੀ ਲੀਡਰਸ਼ਿਪ ਹੈ, ਤੁਸੀਂ ਉਹਦੇ ਨਾਲ ਕਿਸੇ ਨਾਲ ਵੀ ਗੱਲ ਕਰਕੇ ਦੇਖੋ, ਉਹ ਇਸ ਗੱਲ ਦੇ ਉੱਤੇ ਖੜੀ ਹੈ ਕਿ ਨਹੀਂ, ਸਾਨੂੰ ਅਕਾਲੀ ਦਲ ਨਾਲ ਸਮਝੌਤਾ ਕਰਨਾ ਚਾਹੀਦਾ ਹੈ, ਉਹਨਾਂ ਨਾਲ ਸਮਝੌਤਾ ਕੀਤੇ ਬਿਨਾ ਅਸੀਂ ਅੱਗੇ ਨਹੀਂ ਵਧ ਸਕਦੇ। ਜੀ, ਮੇਰਾ ਖਿਆਲ ਹੈ ਕਿ ਜਿਹੜਾ ਅਸ਼ਵਨੀ ਸ਼ਰਮਾ ਦਾ ਬਿਆਨ ਸਾਨੂੰ ਉਸੇ ਦ੍ਰਿਸ਼ਟੀ ਤੋਂ ਦੇਖਣਾ ਚਾਹੀਦਾ। ਮੈਂ ਨਾ ਸਾਹਮਣੇ ਅਖਬਾਰ ਇਹ ਹੈਗੀ ਆ ਪੰਜਾਬੀ ਜਾਗਰਣ ਖੋਲੀ ਹੋਈ ਆ, ਇਹ ਰੂਬਰੂ ਅਨਵਾਨ ਤਹਿਤ ਸਿਕੰਦਰ ਸਿੰਘ ਮਲੂਕਾ ਦੀ ਇੰਟਰਵਿਊ ਆ ਭਾਸਕਰ ਸਾਹਿਬ, ਮਹਿਤਾਬ ਉਦੀਨ ਜਲੰਧਰ ਤੋਂ। ਇਹਦੇ ਵਿੱਚ ਮਲੂਕਾ ਸਾਹਿਬ ਉਹਨਾਂ ਦੇ ਸ਼ਾਇਦ ਸਟੂਡੀਓ 'ਚ ਜਾਂ ਉਹਨਾਂ ਦੇ ਗਏ ਨੇ, ਜਿੱਥੇ ਪਿੱਛੇ ਦੈਨਿਕ ਜਾਗਰਣ ਔਰ ਪੰਜਾਬੀ ਜਾਗਰਣ ਇੰਦਰਪ੍ਰੀਤ ਉਹਨਾਂ ਦੀ ਅਖਬਾਰ ਤੇ ਲੱਗੇ ਹੋਏ ਨੇ, ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਲਈ ਜਲੰਧਰ ਜਿਮਨੀ ਚੋਣ ਬਹੁਤ ਅਹਿਮ ਆ, ਤੇ ਉਹਦਾ ਟਾਈਟਲ ਆ ਕਿ ਰੁੱਸੇ ਆਗੂਆਂ ਦੀ ਵਾਪਸੀ ਲਈ ਕਵਾਇਦ ਜ਼ਰੂਰੀ। ਇਹ ਕੁਝ ਚੀਜ਼ਾਂ ਐਸੀਆਂ, ਉਹ ਕਹਿੰਦੇ ਬਾਦਲ ਸਾਹਿਬ ਦੇ ਜਿਹੜੇ ਤਰੀਕੇ ਸੀ, ਉਹਨਾਂ ਦੇ ਪੈੜਾਂ ਸੀ, ਉਹਦੇ ਉੱਤੇ ਸਾਨੂੰ ਚੱਲਣਾ ਚਾਹੀਦਾ, ਜਿਹੜੇ ਉਹ ਇਕਜੁੱਟਤਾ ਦੇ ਹਾਮੀ ਰਹੇ ਆ। ਦੇਖੋ ਸਵਾਲ ਬੜਾ ਅਹਿਮ ਆ ਭਾਸਕਰ ਸਾਹਿਬ ਕਿ ਬਾਦਲ ਸਾਹਿਬ ਤੇ ਸਦਾ ਐਡਵੋਕੇਸੀ ਇਹਨਾਂ ਬੀਜੇਪੀ ਅਕਾਲੀ ਦਲ ਦੇ ਗਠਬੰਧਨ ਦੀ ਵੀ ਕਰਦੇ ਰਹੇ। ਮੈਨੂੰ ਯਾਦ ਹੈ ਸ਼ਾਇਦ ਗੋਇੰਦਵਾਲ ਦਾ ਉਹ ਮੰਜ਼ਰ ਸੀ ਜਿੱਥੇ ਉਹਨਾਂ ਸੁਖਬੀਰ ਨੂੰ ਕਿਹਾ ਸੀਗਾ ਕਿ ਮੇਰੇ ਜਿਉਂਦੇ ਜੀ ਇਸ ਰਿਸ਼ਤੇ ਨੂੰ ਬਣਾਈ ਰੱਖਿਓ, ਮੇਰੇ ਜਿਉਂਦੇ ਜੀ। ਬਾਅਦ ਵਿੱਚ ਟੁੱਟ ਗਿਆ ਸੀ, ਚਲੋ ਉਹਦੇ ਹਾਲਾਤ ਹੀ ਇਹੋ ਜਿਹੇ ਬਣ ਗਏ। ਪਰ ਜਲੰਧਰ ਦੀ ਇਲੈਕਸ਼ਨ 'ਚ ਹੋ ਕੀ ਰਿਹਾ, ਆਖਰੀ ਸਵਾਲ ਲੈਣੇ। ਦੇਖੋ, ਜਿੱਥੇ ਤੱਕ ਅਸ਼ਵਨੀ ਸ਼ਰਮਾ ਉਹਨਾਂ ਦੇ ਬਿਆਨ ਨੂੰ ਦੇਖੀਏ, ਬਿਲਕੁਲ ਇੰਦਰਪ੍ਰੀਤ ਉਹਨਾਂ ਨੇ ਸਹੀ ਕੀਤਾ ਹੈ ਕਿ ਸੂਬੇ ਦੀ ਲੀਡਰਸ਼ਿਪ ਕਿਸੇ ਹੋਰ ਤਰੀਕੇ ਨਾਲ ਸੋਚਦੀ ਹੈ ਔਰ ਕੇਂਦਰ ਦੀ ਲੀਡਰਸ਼ਿਪ ਕਿਸੇ ਹੋਰ ਤਰੀਕੇ ਨਾਲ ਅੱਗੇ ਵਧਦੀ ਹੈ। ਪਰ ਚਲਦੀ ਕੇਂਦਰ ਜਿਹੜੇ ਲੀਡਰ ਨੇ, ਸੈਂਟਰਲ ਲੀਡਰ ਨੇ ਬੀਜੇਪੀ ਦੇ, ਉਹੀ ਫੈਸਲੇ ਲੈਂਦੇ ਨੇ ਤੇ ਸੂਬੇ ਦੀ ਲੀਡਰਸ਼ਿਪ ਨੂੰ ਉਹਨੂੰ ਅੱਗੇ ਇੰਪਲੀਮੈਂਟ ਕਰਨਾ ਹੁੰਦਾ ਜਾਂ ਕਮਿਊਨੀਕੇਟ ਕਰਨਾ ਹੁੰਦਾ। ਹੁਣ ਗੱਲ ਜਲੰਧਰ ਦੇ ਇਲੈਕਸ਼ਨ ਦੀ ਕਰੀਏ ਤੇ ਹਰ ਪਾਰਟੀ ਵਾਸਤੇ ਇਹ ਇਲੈਕਸ਼ਨ ਬੜੀ ਇੰਪੋਰਟੈਂਸ ਰੱਖਦੇ ਨੇ। ਭਾਜਪਾ ਅਕਾਲੀ ਦਲ ਦੇ ਅਲਾਈਅੰਸ ਦੀ ਜਿਹੜੀ ਗੱਲ ਤੁਰ ਰਹੀ ਹੈ, ਜੇ ਤੇ ਬੀਜੇਪੀ ਅਕਾਲੀ ਦਲ ਤੋਂ ਉੱਤੇ ਵੋਟ ਲੈ ਕੇ ਆਉਂਦੀ ਹੈ, ਯਾਨੀ ਉਹਨਾਂ ਦਾ ਨੰਬਰ ਉੱਤੇ ਆ ਜਾਂਦਾ, 3 ਨੰਬਰ ਆ ਜਾਂਦਾ, 2 ਨੰਬਰ ਆ ਜਾਂਦਾ ਜਾਂ 1 ਨੰਬਰ ਆ ਜਾਂਦਾ, ਤੇ ਫਿਰ ਤਾਂ ਤੁਸੀਂ ਇਸ ਅਲਾਈਅੰਸ ਨੂੰ ਭੁੱਲ ਜਾਓ। ਔਰ ਜੇ ਅਕਾਲੀ ਦਲ 2 ਨੰਬਰ ਤੇ 1 ਨੰਬਰ ਤੇ ਆ ਜਾਂਦਾ ਔਰ ਬੀਜੇਪੀ ਚੌਥੇ ਤੀਜੇ ਤੇ ਰਹਿ ਜਾਂਦੀ ਹੈ, ਤੇ ਫਿਰ ਇਸ ਅਲਾਈਅੰਸ ਦੇ ਬਾਰੇ ਚ ਦੁਬਾਰਾ ਵੀ ਗੱਲਾਂ ਹੋ ਸਕਦੀਆਂ। ਇਹ ਤੇ ਮੈਥਮੈਟੀਕਲ ਐਂਗਲ ਹੈਗਾ ਅੱਗੇ ਚੱਲ ਕੇ ਪੋਸੀਬਲ ਅਲਾਈਅੰਸ ਦਾ। ਬਾਕੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੇ ਤੁਹਾਡਾ ਮਤਲਬ ਭਾਸਕਰ ਸਾਹਿਬ ਕਿ ਇਹ ਦੋ ਪਾਰਟੀਆਂ ਜੇ ਜਿੱਤਣ ਲਈ ਜਾਂ 2 ਨੰਬਰ ਦੀ ਲੜਾਈ ਨਾ ਵੀ ਲੜਨ, ਤੇ ਜੇ ਆਪਸ ਵਿੱਚ ਹੀ ਲੜਨ, ਤੇ ਤਾਂ ਵੀ ਇਹਨਾਂ ਲਈ ਮਾਇਨੇ ਖੇਜ ਗੱਲ ਹੋਊਗੀ। ਕੱਲ ਨੂੰ ਇਹ ਅਹਿਮ ਰਹੂਗਾ ਕਿ ਦੋਵੇਂ ਕਿਵੇਂ ਪਰਫਾਰਮ ਕਰਦੇ ਆ, ਕੌਣ ਇੱਕ ਤੋਂ ਦੂਜਾ ਉੱਪਰ ਜਾਂ ਥੱਲੇ। ਇਹ ਜ਼ਿਆਦਾ ਇਹਨਾਂ ਲਈ ਸ਼ਾਇਦ ਇਸ ਵੇਲੇ ਅਹਿਮ ਲੜਾਈ ਹੈ, ਜਿਹੜੀ ਲੜਾਈ 24 ਦੇ ਵਿੱਚ ਫੈਸਲਾ ਕੁਨ ਹੋਣੀ। ਬਿਲਕੁਲ, ਅਕਾਲੀ ਦਲ ਔਰ ਭਾਜਪਾ ਦੀ ਜਲੰਧਰ ਦੇ ਵਿੱਚ ਲੜਾਈ ਏਦਾਂ ਹੈ, ਅਸੀਂ ਇਹ ਨੰਬਰ ਨਹੀਂ ਡਿਸਾਈਡ ਕਰਦੇ, ਕਿਉਂਕਿ ਜਿਸ ਪਾਰਟੀ ਨੂੰ ਵੀ ਆਪਾਂ ਚੌਥੇ ਨੰਬਰ ਤੇ ਕਹਿ ਦਾਂਗੇ ਉਹ ਮਾਈਂਡ ਕਰ ਜਾਏਗੀ ਇਲੈਕਸ਼ਨ ਤੋਂ ਪਹਿਲੇ ਸਾਨੂੰ ਚੌਥੇ ਨੰਬਰ ਤੇ ਕਿੱਦਾਂ ਪਹੁੰਚਾਤਾ। ਅਸੀਂ ਕਹਿ ਰਹੇ ਹਾਂ ਭਾਵੇਂ ਬੀਜੇਪੀ ਤੇ ਅਕਾਲੀ ਦਲ 1-2 ਨੰਬਰ ਵਾਸਤੇ ਲੜਦੇ ਹੋਣ, ਜੇ 1-2 ਨੰਬਰ ਵਾਸਤੇ ਵੀ ਲੜਦੇ ਨੇ ਤੇ ਜਿਹੜੀ ਇੱਕ ਤੇ ਰਹੇਗੀ ਉਹ ਪਾਰਟੀ ਡਿਸਾਈਡ ਕਰੇਗੀ ਅੱਗੇ ਚੱਲ ਕੇ ਅਲਾਈਅੰਸ ਹੋਏਗਾ ਜਾਂ ਨਹੀਂ ਹੋਏਗਾ। ਔਰ ਭਾਜਪਾ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਇਸ ਟਾਈਮ। ਭਾਜਪਾ ਦੀ ਜਿੰਨੀ ਵੀ ਬਾਹਰੋਂ ਲੀਡਰਸ਼ਿਪ ਆਈ ਹੋਈ ਹੈ, ਹਰਿਆਣਾ ਦੇ ਐਮਐਲਏ, ਰਾਜਸਥਾਨ ਤੋਂ ਵੀ ਕੁਝ ਲੀਡਰ ਆਏ ਹੋਏ ਨੇ, ਉਹ ਸਾਰੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਔਰ ਪਿੰਡਾਂ ਦੇ ਵਿੱਚ ਟਾਰਗੇਟ ਕਰ ਰਹੇ ਨੇ ਹਰ ਪਿੰਡ ਦੇ ਵਿੱਚ ਕਿੱਦਾਂ ਦੀ ਵੋਟ ਕਿਹੜੀ ਕਿਹਨੂੰ ਟਿਲਟ ਕੀਤਾ ਜਾ ਸਕਦਾ ਹੈ। ਮੈਨ ਟੂ ਮੈਨ ਮਾਰਕਿੰਗ ਜਿਹੜਾ ਹਾਕੀ ਦੇ ਵਿੱਚ ਮੈਚ ਹੁੰਦਾ ਹੈ, ਉਦਾਂ ਹੀ ਭਾਜਪਾ ਵੋਟ ਟੂ ਵੋਟ ਮਾਰਕਿੰਗ ਕਰਕੇ ਚੱਲ ਰਹੀ ਹੈ। ਔਰ ਅਗਰ ਇਸ ਮਿਸ਼ਨ ਦੇ ਵਿੱਚ ਭਾਜਪਾ ਕਾਮਯਾਬ ਹੋ ਜਾਂਦੀ ਹੈ ਔਰ ਅਕਾਲੀ ਦਲ ਦੇ ਉੱਤੇ ਰਹਿੰਦੀ ਹੈ, ਫਿਰ ਸਮਝੋ ਇਹ ਅਲਾਈਅੰਸ ਕਦੀ ਵੀ ਨਹੀਂ ਹੋ ਸਕਦਾ। ਕਿਉਂਕਿ ਅਗਰ ਅਲਾਈਅੰਸ ਹੋਇਆ ਵੀ ਜਾਂ ਅਲਾਈਅੰਸ ਦੀ ਗੱਲਾਂ ਵੀ ਤੁਰੀਆਂ ਤੇ ਉਹ ਘੱਟ ਤੋਂ ਘੱਟ 50% ਤੇ ਚਲੇਗੀ, ਜੋ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਨਾ ਮਨਜ਼ੂਰ ਹੋਏ। ਜੇ ਉਹ ਮਨਜ਼ੂਰ ਕਰ ਲੈਂਦੇ ਨੇ ਤੇ ਉਹਨਾਂ ਦਾ ਅਕਾਲੀ ਦਲ ਦੇ ਵਿੱਚ ਇੱਕ ਰੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਔਰ ਜਿੱਥੇ ਤੱਕ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੇ ਫਿਰ ਕਾਂਗਰਸ ਦੀ, ਉਹ ਵੀ ਇੱਕ ਦੂਜੇ ਤੋਂ ਉੱਤਰ ਰਹਿਣਾ ਚਾਹੁੰਦੀ ਹੈ। ਹੁਣ ਫੇਰ ਦੁਬਾਰਾ ਅਸੀਂ ਨੰਬਰ 1-2 ਦੀ ਗੱਲ ਨਹੀਂ ਕਰ ਰਹੇ। ਕਾਂਗਰਸ ਦੀ ਗੱਲ ਕਰੀਏ ਤੇ ਜ਼ਮੀਨੀ ਪੱਧਰ ਤੇ 60-70% ਕਾਂਗਰਸ ਕਾਉਂਸਲਰ ਲੈਵਲ ਤੇ ਪੰਚਾਇਤਾਂ ਲੈਵਲ ਤੇ ਸਾਫ਼ ਹੋ ਚੁੱਕੀ ਹੈ। ਪਿਛਲੇ ਦਿਨਾਂ ਦੇ ਵਿੱਚ ਰਾਣਾ ਗੁਰਜੀਤ ਉਹਨਾਂ ਦਾ ਭਤੀਜਾ, ਉਹ ਵੀ ਹਰਦੀਪ ਰਾਣਾ, ਉਹ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ। ਇਸ ਚੀਜ਼ ਨੂੰ ਵੱਖ-ਵੱਖ ਤਰੀਕੇ ਨਾਲ ਲੋਕੀ ਦੇਖ ਰਹੇ ਨੇ। ਰਾਣਾ ਗੁਰਜੀਤ ਸਿੰਘ ਉਹਨਾਂ ਨਾਲ ਜਦ ਗੱਲ ਹੋਈ ਕਿ ਅਗਰ ਆਪਣੇ ਭਤੀਜੇ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰਾਣੀ ਹੁੰਦੀ ਤੇ ਉਹ ਗੱਜ ਵੱਜ ਕੇ ਕਰਾਂਦੇ। ਔਰ ਜਦ ਵੀ ਉਹ ਕਿਸੇ ਵੀ ਆਪਣੇ ਪਰਿਵਾਰ ਦੇ ਸਦੱਸਿਆਂ ਨੂੰ ਰਾਜਨੀਤੀ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਉਹਦੇ ਉੱਤੇ ਖੜਦੇ ਨੇ, ਜਿਤਾਉਂਦੇ ਨੇ।
ਭਾਵੇਂ ਰਾਣਾ ਇੰਦਰ ਸਿੰਘ ਸੁਲਤਾਨਪੁਰ ਲੋਧੀ ਤੋਂ ਉਹਨਾਂ ਨੇ ਉਤਾਰਿਆ, ਚੈਲੰਜ ਦੇ ਕੇ ਉਤਾਰਿਆ ਆਪਣੀ ਪਾਰਟੀ ਨੂੰ, ਔਰ ਇੰਡੀਪੈਂਡੈਂਟ ਜਿਤਾਇਆ। ਔਰ ਹਰਦੀਪ ਰਾਣਾ ਦੇ ਮੁੱਦੇ ਦੇ ਉੱਤੇ ਕਹਿੰਦੇ ਨੇ ਕਿ ਅਗਰ ਕੋਈ ਮੇਰੇ ਪਰਿਵਾਰ ਦਾ ਜਾਂ ਐਕਸਟੈਂਡਡ ਫੈਮਿਲੀ ਦਾ ਸਦੱਸਿਆ ਕਿਸੇ ਦੂਜੀ ਪਾਰਟੀ ਨੂੰ ਜੁਆਇਨ ਕਰ ਸਕਦਾ ਹੈ, ਉਹਦੇ ਵਾਸਤੇ ਮੈਂ ਕਿੱਦਾਂ ਰਿਸਪੌਂਸਿਬਲ ਹੋ ਸਕਦਾ। ਪਰ ਦੂਜੀ ਤਰਫ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਵਾਸਤੇ ਕੱਲ ਨਵਜੋਤ ਸਿੰਘ ਸਿੱਧੂ ਹੋਣਾ ਆਏ ਸੀਗੇ ਇੱਥੇ ਕੈਂਪੇਨ ਕਰਨ। ਕੈਂਪੇਨ ਦੇ ਵਿੱਚ ਉਹਨਾਂ ਨੇ 2 ਰੈਲੀਆਂ ਅਟੈਂਡ ਕੀਤੀ, ਸਿੱਧਾ ਭਗਵੰਤ ਮਾਨ ਉਹਨਾਂ ਨੂੰ ਪੈਂਦੇ ਨੇ ਔਰ ਭਗਵੰਤ ਮਾਨ ਉਹਨਾਂ ਨੂੰ ਚੈਲੰਜ ਕਰਕੇ ਜਾਂਦੇ ਨੇ ਕਿ ਲਾਅ ਐਂਡ ਆਰਡਰ ਦੇ ਮੁੱਦੇ ਤੇ ਮੇਰੇ ਨਾਲ ਡਿਬੇਟ ਕਰੋ। ਔਰ ਨਾਲ ਦੇ ਨਾਲ ਲਾਅ ਐਂਡ ਆਰਡਰ ਮੁੱਦੇ ਤੇ ਜਦ ਡਿਬੇਟ ਮੰਗਦੇ ਨੇ ਤੇ ਹਾਈ ਕੋਰਟ ਦੇ ਵਿੱਚ ਉਸ ਆਪਣੀ ਸਿਕਿਉਰਿਟੀ ਵਾਸਤੇ ਐਪਲੀਕੇਸ਼ਨ ਵੀ ਪਾ ਦਿੰਦੇ ਨੇ ਕਿ ਮੈਨੂੰ ਤਾਂ ਸਿਕਿਉਰ ਕਰੋ ਕਿਉਂਕਿ ਲਾਅ ਐਂਡ ਆਰਡਰ ਖਰਾਬ ਹੈ ਸੂਬੇ ਦਾ, ਤੇ ਮੈਨੂੰ ਤੁਸੀਂ Z+ ਸਿਕਿਉਰਿਟੀ ਦਿਓ ਤਾਂ ਕਿ ਮੈਂ ਠੀਕ ਹੋ ਸਕਾਂ। ਸੂਬੇ ਦਾ ਕੀ ਬਣੂਗਾ ਪਤਾ ਨਹੀਂ। ਪਰ ਇਲੈਕਸ਼ਨ ਹੁਣ ਜ਼ੋਰ ਪਕੜੇਗਾ, ਇਲੈਕਸ਼ਨ ਦੀ ਕੈਂਪੇਨਿੰਗ ਹੁਣ ਜ਼ੋਰ ਪਕੜੇਗੀ। ਆਖਰੀ 8 ਦਿਨ ਬਚੇ ਨੇ। ਇਸ 8 ਦਿਨ ਦੇ ਵਿੱਚ ਸਾਰੀ ਪੋਲੀਟੀਕਲ ਪਾਰਟੀਆਂ ਆਪਣਾ ਨੰਬਰ, ਆਪਣਾ ਸਥਾਨ ਉੱਪਰ ਕਰਨ ਵਾਸਤੇ ਪੂਰਾ ਜ਼ੋਰ ਲਾ ਦੇਗੀ। ਉਹ ਜ਼ੋਰ ਕਿਹਦੇ ਵਾਸਤੇ ਕਿੰਨਾ ਕੁ ਕਾਮਯਾਬ ਹੁੰਦਾ ਹੈ? ਭਗਵੰਤ ਮਾਨ ਉਹਨਾਂ ਦੇ 1 ਹਫ਼ਤੇ ਦਾ ਲਗਾਤਾਰ ਦੌਰਾ ਉਹ ਜਲੰਧਰ ਦਾ ਤੈਅ ਹੋ ਰਿਹਾ ਹੈ, ਔਰ ਉਹਦੇ ਵਿੱਚ ਜ਼ਮੀਨੀ ਪੱਧਰ ਤੇ ਕੌਣ ਕਿੱਦਾਂ ਕੰਮ ਕਰ ਰਿਹਾ ਹੈ। ਕਾਂਗਰਸ ਦੇ ਵਿੱਚੋਂ ਕੁਝ ਗੱਲਾਂ ਇਹ ਵੀ ਨਿਕਲ ਕੇ ਆਇਆ ਹੈ ਕਿ ਕਾਂਗਰਸ ਐਤਕੀ ਪੈਸੇ ਦੀ ਘਾਟ ਮਹਿਸੂਸ ਕਰ ਰਹੀ ਹੈ ਇਲੈਕਸ਼ਨ ਕੈਂਪੇਨ ਦੇ ਵਿੱਚ, ਔਰ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਵੀ ਕਹਿੰਦੇ ਹੱਥ ਖੜੇ ਕਰਦੇ ਨੇ ਕਿ ਮੇਰੇ ਕੋਲ ਬਹੁਤੇ ਪੈਸੇ ਨਹੀਂ, ਜਿਹਦੇ ਕਰਕੇ ਰਾਜਾ ਵੜਿੰਗ ਜਾਂ ਵੱਡੇ ਲੀਡਰਾਂ ਨੂੰ ਥੋੜੀ ਜਿਹੀ ਇਸ ਗੱਲ ਦੇ ਉੱਤੇ ਇੱਕ ਮਾਯੂਸੀ ਜੀ ਛਾਈ ਹੋਈ ਹੈ ਕਿ ਹੁਣ ਪੈਸਿਆਂ ਦਾ ਬੰਦੋਬਸਤ ਕਿੱਥੇ ਕਰੇ। ਦੂਜੀ ਪਾਰਟੀਆਂ ਭਾਵੇਂ ਆਮ ਆਦਮੀ ਪਾਰਟੀ ਹੋਏ, ਭਾਜਪਾ ਹੋਏ, ਉਹਨਾਂ ਦੇ ਕੋਲ ਪੈਸੇ ਦੀ ਕਮੀ ਦੀ ਗੱਲ ਲੱਗਦੀ ਤੇ ਨਹੀਂ। ਪਰ ਹਾਂ, ਅਕਾਲੀ ਦਲ, ਭਾਜਪਾ, ਸੁਖਬੀਰ ਸਿੰਘ ਬਾਦਲ ਉਹਨਾਂ ਦਾ ਆਪਣੇ ਲੰਬੀ ਪਿੰਡ ਦੇ ਵਿੱਚ ਬਿਜ਼ੀ ਹੋਣਾ, ਉਹਨਾਂ ਦਾ ਕੈਂਪੇਨ ਥੋੜਾ ਜਿਹਾ ਹਾਲਟ ਜ਼ਰੂਰ ਹੋਇਆ। ਪਰ 2-3 ਦਿਨਾਂ ਦੇ ਵਿੱਚ 4 ਤਰੀਕ ਨੂੰ ਬਾਦਲ ਸਾਹਿਬ ਦਾ ਭੋਗ ਹੈ, ਉਸ ਤੋਂ ਬਾਅਦ ਅਕਾਲੀ ਦਲ ਅਗਲੇ 4 ਦਿਨ ਤੱਕ ਡਟ ਕੇ ਕੈਂਪੇਨ ਜਲੰਧਰ ਦੇ ਵਿੱਚ ਕਰੇਗਾ। ਕਾਫੀ ਅਕਾਲੀ ਲੀਡਰ ਵਾਪਸ ਪਰਤੇ ਵੀ ਨੇ। ਬਿਕਰਮ ਸਿੰਘ ਮਜੀਠੀਆ ਨੇ ਸ਼ੁਰੂ ਕਰ ਲਈ ਆ ਮਲੂਕਾ ਦਾ, ਜਿਵੇਂ ਮੈਂ ਜ਼ਿਕਰ ਕਰ ਰਿਹਾ। ਪੈਸੇ ਦੀ ਘਾਟ ਦਾ ਅਸਰ ਆਮ ਆਦਮੀ ਪਾਰਟੀ ਤੇ ਵੀ ਦੇਖਣ ਨੂੰ ਮਿਲ ਰਿਹਾ। ਦੂਜੀ ਗੱਲ, ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਲੀਡਰਸ਼ਿਪ ਦੇ ਨਾਂ ਤੇ ਇਸ ਵਾਰੀ ਜ਼ਿਆਦਾ ਕੋਈ ਸਪੋਰਟ ਨਹੀਂ ਹੈ। ਇਸ ਇਲੈਕਸ਼ਨ ਨੂੰ ਖੇਤਰੀ ਪੱਧਰ ਤੇ ਲੜਿਆ ਜਾ ਰਿਹਾ ਤੇ ਪ੍ਰਦੇਸ਼ ਦੀ ਟੀਮ ਮੂਹਰਿਓਂ ਲੜ ਰਹੀ ਹੈ, ਸਾਹਮਣੇ ਨਜ਼ਰ ਆ ਰਹੀ ਹੈ, ਪਰ ਇਹਦੀ ਮੈਨੇਜਮੈਂਟ ਦਿੱਲੀ ਦੀ ਟੀਮ ਕੋਲ ਹੈ, ਇਹਦੇ 'ਚ ਕੋਈ ਦੋ ਰਾਵਾ ਨਹੀਂ। ਸੰਦੀਪ ਪਾਠਕ ਕਾਫੀ ਦਿਲਚਸਪੀ ਨਾਲ ਆਪਣੀ ਟੀਮ ਨੂੰ ਅੱਗੇ ਵਧਾ ਰਿਹਾ, ਹਾਲਾਂਕਿ ਉਹਨਾਂ ਦੀ ਹਾਜ਼ਰੀ ਬਹੁਤ ਜ਼ਿਆਦਾ ਨਹੀਂ ਇੱਥੇ ਹੈਗੀ, ਪਰ ਫਿਰ ਵੀ ਜਿਹੜੀ ਟੀਮ ਆ ਮੈਨੇਜ ਕਰਨ ਵਾਲੀ ਉਹ ਸਾਰੀ ਦਿੱਲੀ ਦੀ ਹੈ। ਸਾਰੀਆਂ ਪਾਰਟੀਆਂ ਨੂੰ ਪੈਸੇ ਦੇ ਨਜ਼ਰੀਏ ਤੋਂ ਬੀਜੇਪੀ ਨੂੰ ਛੱਡ ਕੇ ਕਾਫੀ ਮੁਸ਼ਕਲ ਦਾ ਸਾਹਮਣਾ ਹੈ। ਔਰ ਵੱਡੀ ਗੱਲ ਹੈ ਕਿ ਜਦੋਂ ਕਿ ਸਾਲ ਦੇ ਘੱਟ ਅਰਸੇ ਤੱਕ ਕੋਈ MP ਰਹਿਣਾ ਹੋਵੇ, ਇਲੈਕਸ਼ਨ ਹੋਵੇ, ਫਿਰ ਉਹਦੇ 'ਚ ਦਿਲਚਸਪੀ ਓਨੀ ਨਹੀਂ ਰਹਿੰਦੀ। ਹਾਂ, 24 ਤੋਂ ਪਹਿਲਾਂ ਇਹ ਇਲੈਕਸ਼ਨ ਅਹਿਮ ਇਸ ਕਰਕੇ ਆ ਕਿ ਇਹਦੇ ਵਿੱਚ ਤੈਅ ਹੋ ਜਾਣਗੀਆਂ ਚੀਜ਼ਾਂ। ਜਿਹੜੀ ਕਾਂਗਰਸ ਕਾਫੀ ਅੱਗੇ ਸੀ, ਉਹਨੂੰ ਕਾਫੀ ਸੰਕਟਾਂ ਦਾ ਸਾਹਮਣਾ ਹੈ। ਕਾਂਗਰਸ ਕਿਉਂਕਿ ਵਿਜੀਲੈਂਸ ਦੇ ਮਾਮਲੇ 'ਚ ਕਈ ਕੇਸਾਂ ਦੇ ਵਿੱਚ ਉਲਝੀ ਹੋਈ ਆ, ਇਸ ਕਰਕੇ ਥੱਲੇ ਪੱਧਰ ਤੱਕ ਦੇ ਬੰਦੇ ਵੀ ਸੱਤਾ ਨਾਲ ਜੁੜਨ ਲਈ ਕਾਹਲੇ ਰਹਿੰਦੇ ਹੀ ਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਪਰ ਆਖਰੀ ਦੌਰ ਦੇ ਵਿੱਚ ਇੰਦਰਪ੍ਰੀਤ ਜੀ, 2 ਖਬਰਾਂ ਛੋਟੀਆਂ ਲੈ ਲਈਏ। ਇੱਕ, ਜੇਕਰ ਤੁਸੀਂ ਬਾਈਬਲ ਕਲਾਂ ਵਾਲਾ ਮਾਮਲਾ ਜਿਹੜਾ ਕੱਲ ਸੁਣਵਾਈ ਲਈ ਆਉਂਦਾ 29 ਨੂੰ, ਜਿਹਦੀ ਤਰੀਕ ਅਗਲੀ ਸ਼ਾਇਦ 20 ਦੀ ਪੈ ਗਈ ਆ, 20 ਮਈ ਦੀ, ਆਮ ਮੰਨਿਆ ਜਾ ਰਿਹਾ ਸੀਗਾ ਕਿ ਬਾਈਬਲ ਕਲਾਂ ਦੀ ਚਾਰਜ ਸ਼ੀਟ ਦਾਖਲ ਹੋ ਸਕਦੀ ਹੈ। ਜਿਹੜੀ ਇਹ ਗੋਲੀ ਕਾਂਡ ਦੇ ਵਿੱਚ 2 ਵਿਅਕਤੀ ਮਾਰੇ ਗਏ ਸੀ। IG ਪੰਜਾਬ ਪੁਲਿਸ ਦੇ ਨਿਹਾਲ ਸਿੰਘ ਇਹਦੀ ਅਗਵਾਈ ਕਰ ਰਹੇ SIT ਦੀ, ਔਰ ਇਸ SIT ਦੀ ਰਿਪੋਰਟ ਕਾਫੀ ਅਹਿਮ ਹੋਣ ਵਾਲੀ ਆ। ਸ਼ਾਇਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਫੌਤ ਹੋਣ ਤੋਂ ਬਾਅਦ ਇਹਨਾਂ ਮਾਮਲਿਆਂ ਦੇ ਵਿੱਚ ਥੋੜੀ ਸੈਂਸਿਟਿਵਿਟੀ ਦਿਖਾਈ ਗਈ ਹੈ, ਜਾਂ ਇਹਨੂੰ ਕੋਈ ਹੋਰ ਅਗਲੇ ਕਿਸੇ ਮੌਕੇ ਲਈ ਅੱਗੇ ਵਧਾਇਆ ਗਿਆ। ਇੱਕ ਤਾਂ ਇਹ ਪਹਿਲੂ ਆ, ਜਾਂ ਇਹਦੀ ਅਜੇ ਤਿਆਰੀ ਨਹੀਂ ਹੋ ਸਕੀ, ਇਹ ਦੂਜਾ ਪਹਿਲੂ ਆ। ਤੇ ਉਸ ਤੋਂ ਬਾਅਦ ਭਾਸਕਰ ਸਾਹਿਬ ਕੋਲ ਆਪਾਂ ਜਾਣਦੇ ਆ, ਜਿਹੜਾ ਕੇਂਦਰ ਸਟੇਟ ਰਿਲੇਸ਼ਨਸ ਦੇ ਵਿੱਚ ਸਿਹਤ ਨੂੰ ਲੈ ਕੇ ਇੱਕ ਵਾਰੀ ਫਿਰ ਰਫੜ ਹੈ, ਔਰ ਬਹੁਤ ਹਲਕੇ 'ਚ ਬਹੁਤ ਥੋੜੇ ਸੰਖੇਪ ਸਮੇਂ ਦੇ ਵਿੱਚ ਇਹਨੂੰ ਐਡਰੈਸ ਕਰਿਓ ਇੰਦਰਪ੍ਰੀਤ ਜੀ। ਬਿਲਕੁਲ ਰੰਧਾਵਾ ਸਾਹਿਬ, ਮੈਂ ਇਸ ਤੇ ਕੋਈ ਜ਼ਿਆਦਾ ਟਾਈਮ ਨਹੀਂ ਲਊਂਗਾ। ਮੇਰਾ ਸਿਰਫ ਇੱਕੋ ਹੀ ਕਹਿਣਾ ਸੀਗਾ ਇਹਦੇ ਵਿੱਚ, ਇਹ ਡਿਲੇ ਟੈਕਟਿਕਸ ਨੇ। ਦੂਜੀ, ਇਹ ਮੇਰੀ ਹੈਰਾਨੀ ਬਸ ਮੈਨੂੰ ਇਸ ਚੀਜ਼ ਦੀ ਹੈ ਕਿ ਇੱਕ ਕੇਸ ਹੈ ਔਰ ਉਹਦੇ 'ਚ 2 SITਆਂ ਕੰਮ ਕਰ ਰਹੀਆਂ ਨੇ। ਦੇਖੋ, ਕੋਟਕਪੂਰਾ ਜਿਹੜੀ ਗੋਲੀ ਕਾਂਡ ਹੈ ਉਹ ਕਿਉਂ ਹੋਇਆ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਸੀ ਮਿਲ ਰਿਹਾ। ਯਾਨੀ ਦੋਨੋਂ ਕੇਸ ਇੱਕ ਦੂਜੇ ਨਾਲ ਮਿਲੇ ਹੋਏ ਕੇਸ ਨੇ। ਮੈਨੂੰ ਇੱਕ ਗੱਲ ਹਜੇ ਤੱਕ ਇਹ ਸਮਝ ਨਹੀਂ ਆਈ ਕਿ ਇਸ ਪੂਰੇ ਐਪੀਸੋਡ ਦੇ ਵਿੱਚ 2 ਅਲੱਗ-ਅਲੱਗ SITਆਂ ਕਿਉਂ ਬਣਾਈਆਂ ਗਈਆਂ ਨੇ। ਇੱਕੋ ਹੀ SIT ਨੂੰ ਇਹ ਦੋਨੋਂ ਕੇਸ ਕਿਉਂ ਨਹੀਂ ਦਿੱਤੇ? ਅੱਜ ਜਿਹੜਾ ਹੁਣ ਨਿਹਾਲ ਸਿੰਘ ਕਹਿ ਰਿਹਾ ਹੈ ਕਿ ਮੈਂ ਜਿਹੜੀ ਕੋਟਕਪੂਰਾ SIT ਵਾਲੇ ਮਾਮਲੇ 'ਚ SIT ਬਣੀ ਹੋਈ ਹੈ, ਉਹਦੀ ਰਿਪੋਰਟ ਮਤਲਬ ਸਾਨੂੰ ਅਵੇਟ ਕਰ ਰਹੇ ਕਿ ਸਾਨੂੰ ਉਹਦਾ ਰਿਕਾਰਡ ਨਹੀਂ ਹਜੇ ਮਿਲ ਰਿਹਾ। ਜੇ ਮੈਨੂੰ ਲੱਗਦਾ ਕਿ ਇੱਕੋ ਹੀ ਹੁੰਦੀ
ਤਾਂ ਇਹ ਸਾਰੇ ਪਹਿਲੂਆਂ ਦੇ ਉੱਤੇ ਆ ਜਾਣਾ ਸੀ। ਫਿਰ ਇੱਕ ਇਹ ਕਿ ਇਹਦੇ ਪਿੱਛੇ ਜਿਹੜਾ ਡੇਰਾ ਮੁਖੀ ਦਾ ਰੋਲ ਹੈ ਜਾਂ ਉਹਨਾਂ ਦੀ ਜਿਹੜੀ ਫਿਲਮ ਸੀ MSG 2 ਉਹਨੂੰ ਜਿਹੜੀ ਇੱਥੇ ਦਿੱਤੀ ਨਹੀਂ ਸੀ, ਅਨੁਮਤੀ ਨਹੀਂ ਸੀ ਮਿਲੀ ਹੋਈ, ਉਹਨੂੰ ਲੈ ਕੇ ਵੀ ਕੋਈ ਇਹਦੇ ਵਿੱਚ ਕੋਈ ਰੋਲ ਰਿਹਾ। ਇਹ ਸਾਰੀਆਂ ਚੀਜ਼ਾਂ ਇੱਕੋ ਦੇ ਵਿੱਚ ਆਉਣੀਆਂ ਚਾਹੀਦੀਆਂ ਸੀ, ਤਾਂ ਮੈਨੂੰ ਲੱਗਦਾ ਕਿ ਕੋਈ ਜਾਂਚ ਸਿਰੇ ਚੜ ਸਕਦੀ। ਅਸੀਂ ਟੁਕੜਿਆਂ ਦੇ ਵਿੱਚ ਜਦੋਂ ਕਰਤਾ ਹੈ ਤਾਂ ਕੋਈ ਟੁਕੜੇ ਆਪਸ 'ਚ ਮਿਲ ਹੀ ਨਹੀਂ ਰਹੇ ਹੈਗੇ, ਇੱਕ ਦੂਜੇ ਨਾਲ ਜੁੜੇ ਹੋਣ ਦੇ ਬਾਵਜੂਦ ਅਸੀਂ ਅਲੱਗ-ਅਲੱਗ ਦਿਸ਼ਾਵਾਂ ਦੇ ਉੱਤੇ ਕੰਮ ਕਰ ਰਹੇ ਹਾਂ। ਔਰ ਮੈਨੂੰ ਲੱਗਦਾ ਕਿ ਇਸੇ ਕਰਕੇ ਇਹ ਕੇਸ ਜਿਹੜਾ ਹੈ ਪਿਛਲੇ 8 ਸਾਲ ਤੋਂ ਲਟਕਿਆ ਹੋਇਆ ਹੈ। ਕਈ ਇਹਦੇ ਮੇਨ ਜਿਹਨੂੰ ਅਸੀਂ ਕਹਿੰਦੇ ਆ ਵੀ ਉਹ ਅਭਿਯੁਕਤ ਰਹੇ ਨੇ, ਉਹਨਾਂ ਦੀ ਜੇਲ੍ਹਾਂ 'ਚ ਮੌਤ ਹੋ ਗਈ ਜਾਂ ਕਿਸੇ ਹੋਰ ਜਗ੍ਹਾ ਤੇ ਅਟੈਕ ਹੋਇਆ ਉੱਥੋਂ ਮਰ ਗਿਆ। ਤਾਂ ਫਿਰ ਮੈਨੂੰ ਐਂਡ ਆਫ ਦਾ ਡੇ ਜਦੋਂ ਆਪਾਂ ਕਵਾਂਗੇ ਕਿ ਯਾਰ ਫਿਰ ਹੁਣ ਨਿਕਲਿਆ ਕੀ, ਅੱਜ ਦੇਖੋ ਪ੍ਰਕਾਸ਼ ਸਿੰਘ ਬਾਦਲ ਵੀ ਸਾਡੇ 'ਚ ਨਹੀਂ ਰਹੇ, ਉਹ ਵੀ ਇਹਦੇ 'ਚ SIT ਨੇ ਉਹਨਾਂ ਨੂੰ ਵੀ ਅਕਿਊਜ਼ਡ ਦੇ ਤੌਰ ਤੇ ਰੱਖਿਆ ਹੋਇਆ। ਹੁਣ ਜੇ ਉਹ ਨਹੀਂ ਰਹੇ ਤਾਂ ਉਸ ਵਕਤ ਫਿਰ ਹੁਣ ਉਹਨਾਂ ਦਾ ਜਿਹੜਾ ਉਹ ਹੈਗਾ ਕਿ ਨਾ ਮੈਂ ਪੱਖ ਕੌਣ ਪੂਰਾ ਦੇਗਾ ਉੱਥੇ ਕੋਰਟ 'ਚ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਕੇਸ ਹੈ ਇਹ ਆਪਣੀ ਮੌਤ ਆਪ ਹੀ ਮਰ ਜਾਣਾ, ਕਿਉਂਕਿ ਅਸੀਂ ਔਰ ਪੋਲੀਟੀਸ਼ੀਅਨ ਚਾਹੁੰਦੇ ਵੀ ਇਹੀ ਰਹੇ ਨੇ ਕਿ ਇਹਦੇ ਤੇ ਕੁਝ ਹੋਏ ਹੀ ਨਾ। ਜੇ ਅਗਰ ਕੁਝ ਸੰਜੀਦਾ ਹੁੰਦੇ ਤਾਂ ਪਹਿਲਾਂ ਹੀ ਇੱਕੋ ਹੀ SIT ਬਣਾ ਕੇ ਇਹਦੀ ਲਗਾਤਾਰ ਜਾਂਚ ਕਰਵਾਉਂਦੇ ਔਰ ਕੋਈ ਫਾਸਟ ਟਰੈਕ ਤੇ ਰਿਕੁਐਸਟ ਕਰਕੇ ਉਸ 'ਚ ਲਗਵਾਉਂਦੇ, ਤਾਂ ਮੈਨੂੰ ਲੱਗਦਾ ਕਿ ਇਹਦਾ ਕੋਈ ਨਾ ਕੋਈ ਹੱਲ ਨਿਕਲਦਾ। ਪਰ ਹੁਣ ਮੈਨੂੰ ਕੋਈ ਆਸ ਨਹੀਂ ਹੈ ਕਿ ਇਹਦਾ ਕੋਈ ਹੱਲ ਨਿਕਲੇਗਾ। ਇੰਦਰਪ੍ਰੀਤ ਜੀ, ਜਦੋਂ ਇਹ ਕੇਸ ਪਹਿਲਾਂ DIG ਰਣਬੀਰ ਸਿੰਘ ਖੱਟੜਾ ਕੋਲੇ ਸੀ, ਉਹਨਾਂ ਤੋਂ ਬਾਅਦ ਇਹ ਕੁੰਵਰ ਵਿਜੇ ਪ੍ਰਤਾਪ ਵਾਲੀ ਜਿਹੜੀ SIT ਸੀ ਜਿਹਨੂੰ ਹੈਡ ਕਰ ਰਹੇ ਸੀ ਪ੍ਰਬੋਧ ਕੁਮਾਰ, ਉਹਨਾਂ ਕੋਲ ਚਲੇ ਗਿਆ। ਉੱਥੇ ਹਾਈ ਕੋਰਟ ਦੇ ਵਿੱਚ ਸਾਨੂੰ ਸਭ ਨੂੰ ਪਤਾ ਕਿ ਉਹ ਕੀ ਹਸ਼ਰ ਹੁੰਦਾ ਉਸ ਚਾਰਜਸ਼ੀਟ ਦਾ। ਉਸ ਤੋਂ ਬਾਅਦ ਇੱਕ SPS ਪਰਮਾਰ ਵਾਲੀ ਸੀ SIT ਜਿਨੇ ਫੈਸਲਾਕੁਨ ਹੋਣਾ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਚੋਰੀ ਹੋਣਾ ਗੁਰੂ ਗ੍ਰੰਥ ਸਾਹਿਬ ਦਾ, ਉਸ ਤੋਂ ਬਾਅਦ ਬੇਅਦਬੀ ਉਤੇ ਉਹ ਸਾਰੀਆਂ ਘਟਨਾਵਾਂ। ਉਸ ਤੋਂ ਬਾਅਦ ਜਿਹੜੀ ਕੋਟਕਪੂਰਾ 'ਚ ਗੋਲੀकांड ਹੁੰਦਾ ਉਹਦੇ ਲਈ LK ਯਾਦਵ ਦੀ ਅਗਵਾਈ 'ਚ SIT ਬਣਦੀ ਹੈ। ਔਰ ਇਸ ਤੋਂ ਬਾਅਦ ਜਿਹੜਾ ਬਹਿਬਲ ਕਲਾਂ ਜਿੱਥੇ 2 ਵਿਅਕਤੀ ਮਾਰੇ ਜਾਂਦੇ ਆ ਉਸ SIT ਦੀ ਅਗਵਾਈ ਕਰ ਰਹੇ ਸੀ ਨੌ ਨਿਹਾਲ ਸਿੰਘ। ਇਹ ਸਾਰੇ ਇੰਟਰਕਨੈਕਟਡ ਨੇ। ਪਹਿਲੀ SIT ਤੋਂ ਦੂਜੀ SIT ਤੱਥ ਲੈਂਦੀ ਆ ਤੇ ਹੁਣ ਇਹ ਵਾਲੀ ਦੂਜੀ ਤੋਂ ਲਏਗੀ। ਸੋ ਬੜਾ ਸਾਫ਼ ਜਿਹਾ ਮਾਮਲਾ ਹੈ ਕਿ ਹਰ ਮਾਮਲਾ ਬੇਅਦਬੀ ਹੋਣ ਤੋਂ ਲੈ ਕੇ ਉਸ ਤੋਂ ਵੀ ਪਿੱਛੇ ਚਲੇ ਜਾਂਦਾ ਹੈ। ਇਹਦੀਆਂ ਜੜ੍ਹਾਂ ਜਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਂਗ ਰਚਿਆ ਸੀਗਾ ਗੁਰਮੀਤ ਰਾਮ ਸਿੰਘ ਰਹੀਮ ਨੇ, ਉੱਥੋਂ ਸ਼ੁਰੂ ਹੁੰਦਾ। 2012 ਦੀ ਚੋਣ ਤੋਂ ਪਹਿਲਾਂ ਉਹ ਕੇਸ ਵਾਪਸ ਲੈ ਲਿਆ ਜਾਂਦਾ ਧਾਰਮਿਕ ਭਾਵਨਾਵਾਂ ਭੜਕਾਉਣ ਦਾ। ਹੁਣ ਚੀਜ਼ਾਂ ਕਿੱਥੇ ਜਾ ਕੇ ਸਾਜ਼ਿਸ਼ ਦੇ ਰੂਪ ਦੇ ਵਿੱਚ ਖੜੀਆਂ ਕੀਤੀਆਂ ਗਈਆਂ ਇਹਨਾਂ SITs ਵੱਲੋਂ ਕਿ ਉਹਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਹੁੰਦਾ ਜਿਹੜਾ ਵਾਪਸ ਲਿਆ ਜਾਂਦਾ 2012 ਦੇ ਵਿੱਚ। ਕਿਹੜੀ ਕੌਣ ਕਿਹਦੀ ਮਦਦ ਕਰਦਾ, ਕਿਸ ਤਰ੍ਹਾਂ ਹੁੰਦਾ, ਅੱਗੇ ਘਟਨਾਵਾਂ ਕਿਵੇਂ ਵਾਪਰਦੀਆਂ, ਉਹਨੂੰ ਕਿਵੇਂ ਡੀਲ ਕੀਤਾ ਜਾਂਦਾ, ਕਿਵੇਂ ਮਾਫੀ ਹੁੰਦੀ ਆ, ਕਿਵੇਂ ਉਹਨੂੰ ਪੰਥ ਚੋਂ ਖਾਰਜ ਕੀਤਾ ਜਾਂਦਾ, ਪੰਥ 'ਚ ਸ਼ਾਮਲ ਕੀਤਾ ਜਾਂਦਾ, ਫਿਰ ਉਹ ਮੁਆਫੀਨਾਮਾ ਰੱਦ ਕੀਤਾ ਜਾਂਦਾ। ਇਹਨਾਂ ਸਾਰੀਆਂ ਮਾਮਲਿਆਂ ਦੇ ਉੱਤੇ ਸਾਰੀ ਜਾਂਚ ਖੜੀ ਆ। ਸੋ ਮੈਨੂੰ ਲੱਗਦਾ ਕਿ ਤਿੰਨੇ ਚੀਜ਼ਾਂ ਆਪਸ ਵਿੱਚ ਇੰਟਰਕਨੈਕਟਡ ਨੇ। ਜੇ ਇਦਾਂ ਵੀ ਹੁਣ ਸਿਰੇ ਚੜ ਜਾਣ ਤੇ ਘੱਟੋ ਘੱਟ ਲੋਕਾਂ ਨੂੰ ਇਹ ਇਨਸਾਫ ਹੁੰਦਾ ਨਜ਼ਰ ਆਵੇ। ਬਾਕੀ ਤੁਹਾਡੀ ਗੱਲ ਠੀਕ ਹੈ ਕਿ ਜੇਕਰ ਇਹਦੇ ਨਾਲ ਜੁੜੇ ਲੋਕ ਹੀ ਨਹੀਂ ਰਹਿਣਗੇ ਤਾਂ ਫਿਰ ਇਹ ਮਾਮਲਾ ਕਿੱਦਾਂ ਅੱਗੇ ਵਧੂਗਾ। ਭਾਸਕਰ ਸਾਹਿਬ, ਆਖਰ ਦੇ ਵਿੱਚ ਤੁਸੀਂ ਲਾਸਟ 2 ਲਾਈਨਾਂ 'ਚ ਮੈਨੂੰ ਦੱਸ ਦਿਓ ਕਿ ਬਲਬੀਰ ਸਿੰਘ ਕਹਿ ਰਹੇ ਕੇਂਦਰ ਸਾਨੂੰ ਸਪੋਰਟ ਨਹੀਂ ਕਰਦਾ, ਹੈਲਥ ਮਿਨਿਸਟਰ, ਔਰ ਕਲੀਅਰ ਜੀ ਗੱਲ ਹੈ ਕਿ ਤਨਖਾਹਾਂ ਕਈਆਂ ਦੀਆਂ ਰੁਕੀਆਂ ਪਈਆਂ ਤੇ ਜਿਹੜੇ ਆਮ ਆਦਮੀ ਕਲੀਨਿਕ ਭਗਵੰਤ ਮਾਨ ਦੀ ਫੋਟੋ ਵਾਲੇ ਆ ਉਹ ਪੰਗੇ 'ਚ ਫਸੇ ਹੋਏ ਨੇ। ਅਗਲੇ ਕਹਿੰਦੇ ਆ ਸਾਡੇ ਜਿਹੜੇ ਵੈਲਨੈਸ ਸੈਂਟਰ ਸੀ ਤੁਸੀਂ ਉਹਨਾਂ ਦਾ ਕਬਾੜ ਕਰਤਾ। ਹੁਣ ਗੱਲ ਕਿੱਥੇ ਖੜੀ ਆ, ਇਹਨੂੰ ਆਖਰ 'ਚ ਨਿਪਟਾ ਦਿਓ, ਗੱਲ ਖਤਮ ਕਰੀਏ। ਨੈਸ਼ਨਲ ਹੈਲਥ ਰੂਰਲ ਮਿਸ਼ਨ ਉਹਦੇ ਮੁਲਾਜ਼ਮਾਂ ਦੀ ਤਨਖਾਹ ਮਾਰਚ 'ਚ ਲਾਸਟ ਮਿਲੀ ਸੀ, ਉਸ ਤੋਂ ਬਾਅਦ ਮਿਲਣੀ, ਔਰ ਕਈਆਂ ਦੀ ਹਜੇ ਤੱਕ ਵੀ ਨਹੀਂ ਮਿਲੀ, ਮਾਰਚ ਤੋਂ ਵੀ ਪਹਿਲੇ ਦੀ ਕਈਆਂ ਦੀ ਪੈਂਡਿੰਗ ਹੈਗੀ ਹੈ। ਪਿਛਲੇ ਦਿਨਾਂ ਦੇ ਵਿੱਚ ਮਾਂਡਵੀਆ ਸਾਹਿਬ ਜਿਹੜੇ ਕੇਂਦਰੀ ਸਵਾਸਥਯ ਮੰਤਰੀ ਆ, ਉਹਨਾਂ ਨੇ ਬਹੁਤ ਸਾਰੀ ਗੱਲਾਂ ਇੱਕ ਚਿੱਠੀ ਤੱਕ ਵੀ ਲਿਖੀ ਸੀਗੀ ਸੂਬੇ ਨੂੰ, ਯਾਨੀ ਸੂਬੇ ਦੇ ਸਕੱਤਰ ਨੂੰ, ਹੈਲਥ ਸਕੱਤਰ ਨੂੰ, ਕਿ ਵੀ ਆਪਣੇ ਜਿਹੜੇ ਮੁਹੱਲਾ ਕਲੀਨਿਕ ਹੈ ਉਹ ਤੁਸੀਂ ਠੀਕ ਕਰ ਲਓ, ਉਹ ਵੈਲਨੈਸ ਸੈਂਟਰ ਜਿਹੜੇ ਸੈਂਟਰ ਦੇ ਸੀਗੇ ਉਹਦਾ ਇੱਕ ਫਾਰਮੈਟ ਚੇਂਜ ਕਰ ਲਓ। ਔਰ ਸਰਕਾਰ ਮੰਨ ਵੀ ਗਈ ਸੀ 3 ਮਹੀਨੇ ਦਾ ਟਾਈਮ ਦੇ ਦਿਓ, ਅਸੀਂ ਬਿਲਕੁਲ ਠੀਕ ਕਰ ਦਾਂਗੇ। ਔਰ 1114 ਕਰੋੜ ਰੁਪਏ ਕੇਂਦਰ ਫੰਡਿੰਗ ਕਰਦੀ ਹੈ ਇਸ ਸੈਂਟਰ ਵੈਲਨੈਸ ਸੈਂਟਰ ਨੂੰ ਚਲਾਉਣ ਦੇ ਵਾਸਤੇ, ਔਰ ਉਹਦੇ ਵਿੱਚੋਂ ਹਜੇ 546 ਕਰੋੜ ਦੀ ਕਿਸ਼ਤ ਬਾਕੀ ਸੀਗੀ, ਲੱਗਦਾ ਰੋਕ ਲਈ, ਕਿਉਂਕਿ ਭਾਵੇਂ ਸੂਬੇ ਨੇ 3 ਮਹੀਨੇ ਦਾ ਟਾਈਮ ਮੰਗਿਆ ਹੋਏ, ਇਹਨਾਂ 3 ਮਹੀਨਿਆਂ ਦੇ ਵਿੱਚ ਉਹਨਾਂ ਦੀ ਰੀਬ੍ਰਾਂਡਿੰਗ ਕਰਨ ਦੀ ਜਿਹੜੀ ਗੱਲ ਤੁਰੀ ਸੀਗੀ ਉਹਦੇ ਉੱਤੇ ਬਹੁਤਾ ਕੰਮ ਨਹੀਂ ਕੀਤਾ।
ਹਾਲਾਤ ਇਹ ਹੋ ਗਏ ਨੇ ਕਿ ਜਿਹੜੇ ਆਮ ਆਦਮੀ ਕਲੀਨਿਕ ਵੀ ਹੈਗੇ ਨੇ ਉਹਦੇ ਵਿੱਚ ਸਫਾਈ ਤੱਕ ਦੇ ਬੰਦੋਬਸਤ ਨਹੀਂ ਹੋਏ, ਔਰ ਉੱਥੇ ਦੇ ਜਿਹੜੇ ਸਟਾਫ ਨੂੰ ਪੈਸੇ ਮਿਲਾ ਕੇ ਉੱਥੇ ਸਫਾਈ ਕਰਾਉਣੀ ਪੈ ਰਹੀ ਹੈ। ਹਾਲਾਤ ਇਦਾਂ ਦੇ ਰਹੇ, ਔਰ ਕੇਂਦਰ ਦੇ ਨਾਲ ਅਗਰ ਟਕਰਾਅ ਹੋਇਆ ਤੇ ਇਹ ਵਿਤਕਰੇ ਦੀ ਗੱਲਾਂ ਅਖਬਾਰਾਂ ਦੀ ਸੁਰਖੀਆਂ ਤੇ ਬਣ ਜਾਣਗੀਆਂ। ਪਰ ਤੁਸੀਂ ਅਗਰ ਸੈਂਟਰ ਦੇ ਫੰਡ ਦੀ ਦੁਰਵਰਤੋਂ ਆਮ ਆਦਮੀ ਕਲੀਨਿਕ ਦੇ ਰੂਪ ਵਿੱਚ ਕਰ ਰਹੇ ਹੋ ਤੇ ਇਹ ਮੁੱਦਾ ਇਦਾਂ ਹੀ ਅੱਗੇ ਚੱਲਦਾ ਰਹੇਗਾ, ਔਰ ਇਹ ਪੈਸੇ ਦੀ ਘਾਟ ਅੱਗੇ ਚੱਲ ਕੇ ਸੂਬੇ ਦੀ ਸਰਕਾਰ ਨੂੰ ਹੋਰ ਹੋਣ ਵਾਲੀ ਹੈ, ਕਿਉਂਕਿ 546 ਕਰੋੜ ਰੁਪਏ ਆਣੇ ਬਾਕੀ ਨੇ। ਉਹ ਲੱਗਦਾ ਹੁਣ ਕੇਂਦਰ ਸਰਕਾਰ ਨੇ ਫਿਲਹਾਲ ਰੋਕ ਲਏ ਨੇ। 3 ਮਹੀਨੇ ਦੇ ਵਿੱਚ ਕੋਈ ਚੇਂਜ ਚਾਂਜ, ਕੋਈ ਭਗਵੰਤ ਮਾਨ ਉਹਨਾਂ ਦੀ ਫੋਟੋ ਨੂੰ ਹਟਾ ਕੇ ਮੋਦੀ ਉਹਨਾਂ ਦੀ ਜਾਂ ਫਿਰ ਦੋਨੋਂ ਉਹਨਾਂ ਦੀ ਫੋਟੋ ਲਾ ਕੇ ਕੋਈ ਜਿਹੜਾ ਉਹਦਾ ਇੱਕ ਪ੍ਰੈਸਕ੍ਰਾਈਬਡ ਡਿਜ਼ਾਈਨ ਹੈਗਾ ਜਿਹੜਾ ਆਯੁਸ਼ਮਾਨ ਹੈਲਥ ਐਂਡ ਵੈਲਨੈਸ ਸੈਂਟਰ ਦਾ, ਉਹ ਤੇ ਕਰਨਾ ਹੀ ਪਏਗਾ। ਨਹੀਂ ਕਰੋਗੇ ਤੇ ਇਹ ਛੋਟੇ ਅੱਗੇ ਚੱਲ ਕੇ ਹੋਰ ਵੱਧ ਜਾਏਗੀ। ਵੈਸੇ ਕੇਂਦਰ ਦੀ ਭਗਵੰਤ ਮਾਨ ਸਰਕਾਰ ਪ੍ਰਤੀ ਨਰਮਗੋਸ਼ਾ ਹੀ ਆ, ਉੱਤੇ ਪੰਗਾ ਹੈ ਥੱਲੇ ਚੰਗਾ ਹੈ, ਤੇ ਇਹ ਹੁਣ ਸ਼ਾਇਦ ਮੈਨੇਜ ਹੋ ਹੀ ਜਾਣ ਚੀਜ਼ਾਂ। ਉਹ ਵੀ ਬੜੇ ਪੀਰ ਨੇ, ਪਤਾ ਨਹੀਂ ਹੁੰਦਾ ਉਹਨਾਂ ਨੇ ਕਿਹੜੀ ਚਾਲ ਕਿੱਥੇ ਚੱਲਣੀ ਆ। ਪਾਰਟੀਆਂ ਤਾਂ ਏਦਾਂ ਉਹ ਖਿਲਾਰ ਦਿੰਦੇ ਰਹੇ ਨੇ, ਪਤਾ ਹੀ ਨਹੀਂ ਲੱਗਦਾ। ਖੈਰ ਆਪਾਂ ਕੌਣ ਹੁੰਨੇ ਟਿੱਪਣੀ ਕਰਨ ਵਾਲੇ। ਇੱਥੇ ਕੱਟੜ ਇਮਾਨਦਾਰੀ ਵੀ ਇਹਨਾਂ ਨਾਲ, ਇੱਥੇ ਜੁੜੇ ਵੀ ਫੈਵੀਕੋਲ ਦੇ ਉਸ ਜੋੜ ਨਾਲ ਨੇ ਜਿਹੜਾ ਕਦੇ ਨਹੀਂ ਟੁੱਟਦਾ। ਖੈਰ ਟੁੱਟਦੇ ਦੇਖੇ ਵੀ ਆਪਾਂ। ਇਹ ਆਪਾਂ ਵਿਰੋਧ ਚੱਲਦਾ ਰਹਿਣਾ ਚਾਹੀਦਾ ਸਾਡੀ ਸੋਚ ਵਿੱਚ ਵੀ। ਬਹੁਤ ਮਿਹਰਬਾਨੀ। ਧੰਨਵਾਦ। ਥੈਂਕ ਯੂ।